खबरों के बुलेटिन च तुहाडा स्वागत है। नज़र मारते हैं अज दीआं खास खबरों ते। पंजाब के मुख मंत्री चरणजीत चन्नी केजरीवाल खिलाफ करनगे मानहानि का मुकदमा। सुल्तानपुर लोधी च नवतेज चीमा के विरोध में राणा गुरजीत ने खोलिया मोर्चा। वल्लों छापेमारी एक सही कदम कहा अकाली उम्मीदवार रवि किरण सिंह कालो ने। पंजाब के लोग सुखबीर बादल नूं हुण पसंद नहीं करते कहा राजा वड़िंग ने। प्राइवेट स्कूल एसोसीएशन ने सरकार ते प्रशासन खिलाफ खोलिया मोर्चा। अते दिल्ली च वीकेंड करफ्यू हटाया केजरीवाल सरकार ने। हुण खबरां विस्तार नाल। सूबा कांग्रेस के लिए कुछ विधान सभा सीटां ते सिरदर्दी वधदी जा रही है। गल सुल्तानपुर लोधी दी करदे हां जिथे नवतेज चीमा के खिलाफ सूबे के कांग्रेस पार्टी के कैबिनेट मंत्री राणा गुरजीत के पुत्र राणा इंद्र प्रताप चोण लड़ रहे हैं, वो भी आज़ाद, क्योंकि पार्टी ने इस बार भी नवतेज चीमा को टिकट दी है। अज खुद राणा गुरजीत चोण प्रचार करने लिए सुल्तानपुर लोधी आए तो उन्होंने कहा कि वह नवतेज चीमा को हराने लिए पूरा जोर लगाउणगे। जदों बेटे राणा इंद्र प्रताप नाल गल कीती तो उन्होंने कहा कि वो चोण मैदान चों बाहर नहीं होणगे। आगाज कीता है चीमा दे पिंड तो गेम पा दी यार मेरा मन नहीं सी कि मैं इत्थे आवां, लेकिन ये असूलों के खिलाफ है। किसी कैंडीडेट दे तुसीं जाके प्रचार करो पिंड च, ये कोई ज़्यादा चंगी गल नहीं है। लेकिन जदों उन्होंने सोनिया गांधी जी नूं ये कहा कि बई राणा गुरजीत सिंह नूं पार्टी चों कढ़ दिओ, मैं कहा पुत्त तेनों मैं पिंडों कढ़ा के हटूँ, पार्टी तो तू मैनू कढ़ाए ना कढ़ाए। हुण मैं इत्थे 5-7 किले जमीन लैके गऊँ पालनियाँ, घोड़े पालने, भूसवाल ची क्यों दुश्मनी और दोस्ती अक्सा खपाई दी आ। ते जे मैं कपूरथले बैठा रहा भूसवाल बैठे रहे साड़ी कादी दोस्ती ते कादी दुश्मनी। ਜਿਹੜਾ ਅੱਜ ਇੰਨਾ ਤਾਮਝਾਮ ਇੰਨਾ ਕਾਫਲਾ ਸੀ ਇੱਕ ਪ੍ਰਦਰਸ਼ਨ ਸੀ ਇਹ ਲੋਕਾਂ ਨੂੰ ਪੁੱਛੋ ਉਹ ਕੀ ਚਾਹੁੰਦੇ ਆ। ਜਿੱਤ ਦਾ ਪ੍ਰਤੀਕ ਹੈ ਜੀ। ਨਹੀਂ ਇਹ ਲੋਕ ਜ਼ਿਆਦਾਤਰ ਇੱਥੋਂ ਦੇ ਸੀ ਜਾਂ ਕਪੂਰਥਲਾ ਦੇਖੋ ਗੱਲ ਇਸ ਤਰ੍ਹਾਂ ਹੈ, ਤੁਸੀਂ ਲੋਕਲੋਂ ਤੁਹਾਨੂੰ ਆਪਣੀ ਵਾਈਟ ਚ ਕਹਿਣਾ ਪਊਗਾ ਕਿ ਲੋਕ ਇੱਥੇ ਦੇ ਕਿ ਲੋਕ ਬਾਹਰ ਦੇ ਆ। ਅਗਰ ਤਾਂ ਸੁਲਤਾਨਪੁਰ ਹਲਕੇ ਦੇ ਨੇ ਫਿਰ ਸੁਲਤਾਨਪੁਰ ਹਲਕੇ ਦੇ ਤੁਸੀਂ ਦੱਸੋ, ਹੋ ਸਕਦਾ ਪਿੰਡ ਦੇ ਲੋਕਲ ਆ ਆਲੇ ਦੁਆਲੇ ਦੇ। ਸ਼ੁਰੂਆਤ ਹੋ ਗਈ ਜੀ, ਅੱਜ ਉਹਦੀ ਨੀਂਹ ਪੱਟਣ ਦੀ ਸ਼ੁਰੂਆਤ ਹੋ ਗਈ। ਮੈਂ ਕੱਲ ਵੀ ਅੱਜ ਤੁਹਾਡੀ ਇੰਟਰ ਕੀਤੀ ਮੈਂ ਤਾਂ ਪੁੱਛ ਰਿਹਾ ਸੀਗਾ ਕਿ ਅਗਰ ਕੱਲ ਨੂੰ ਪਾਰਟੀ ਕਹੇਗੀ ਕਿ ਆਪਣੇ ਬੇਟੇ ਨੂੰ ਆਜ਼ਾਦ ਨਾ ਲੜਾਓ ਫਿਰ ਇਹ ਵੀ ਬੇਟੇ ਨੂੰ ਪੁੱਛੋ। ਨਹੀਂ ਤੁਹਾਨੂੰ ਕਹੇਗੀ ਫਿਰ ਮੈਨੂੰ ਕਹੇਗੀ ਤਾਂ ਮੈਂ ਹੁਣ ਇਹਨੂੰ ਜ਼ਬਰਦਸਤੀ ਥੋੜਾ ਨਾ ਬਿਠਾ ਦੂੰਗਾ। आफ्टर ऑल 40 साल उम्र है दी नहीं। अगर कोई जवाक है अगर सोनिया गांधी ਵੱਲੋਂ ਤੁਹਾਡੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਔਰ ਤੁਹਾਨੂੰ ਕਿਹਾ ਜਾਂਦਾ ਕਿ ਹਾਂ ਵੀ ਆਪਣੇ ਬੇਟੇ ਨੂੰ ਬਿਠਾਓ, ਤੁਸੀਂ ਫਿਰ ਵੀ ਪ੍ਰਚਾਰ ਕਰਨ ਇੱਥੇ ਪਹੁੰਚੋਗੇ? देखो सोनिया जी ਦਾ देखो ਮੈਨੂੰ ਪਾਰਟੀ ਚੋਂ ਕੱਢ ਦੇਣਗੇ ਨਾ, ਜੇ ਇਹਨਾਂ ਦੀ ਸ਼ਿਕਾਇਤ ਤੇ ਅਸਰ ਹੋਏਗਾ ਤਾਂ ਮੈਨੂੰ ਪਾਰਟੀ ਚੋਂ ਕਢਾਉਣ ਦੀ ਕੋਸ਼ਿਸ਼ ਹੈ। ਮੰਨ ਲਓ ਸੋਨੀਆ ਜੀ ਮੈਨੂੰ ਕੱਢ ਦਿੰਦੇ ਆ, ਫਿਰ ਮੈਂ ਯਾਰ ਇੰਨਾ ਘਟੀਆ ਨਹੀਂ ਕਿ ਮੈਂ ਆਜ਼ਾਦ ਕਪੂਰਥਲੇ ਨੂੰ ਲੜ ਲਾਂ। ਇੱਥੇ ਤਾਂ ਰਾਵਣ ਦਾ ਨਾਸ਼ ਕਰਨ ਲਈ ਆਏ ਆ ਆਪਾਂ। ਰਾਣਾ ਜੀ ਹਾਂ ਇਹ ਬਹੁਤ ਜ਼ਰੂਰੀ ਆ, ਇਹ ਪਾਰਟੀ ਦੇ ਹਿੱਤ 'ਚ ਆ। ਇਹੋ ਜਿਹੇ ਬੰਦਿਆਂ ਦਾ ਸਿਆਸਤ 'ਚ ਰਹਿਣ ਦਾ ਕੋਈ ਮਤਲਬ ਨਹੀਂ। ਜਿਨ੍ਹਾਂ ਦੇ ਪਿੰਡ ਦੇ ਲੋਕ, ਜਿਨ੍ਹਾਂ ਦੇ ਇਲਾਕੇ ਦੇ ਲੋਕ ਉਹਨਾਂ ਨੂੰ ਇੰਨਾ ਬੁਰਾ ਸਮਝਣ ਔਰ ਲੁੱਟਿਆ ਜਿਨ੍ਹਾਂ ਨੇ ਹੋਵੇ, ਡਰੱਗ ਵਿਕਵਾਈ ਹੋਵੇ, ਰੇਤਾ ਦਾ ਕੰਮ ਕੀਤਾ ਹੋਵੇ, ਕਬਜ਼ੇ ਕੀਤੇ ਹੋਣ, ਕੋਠੀਆਂ ਬਣਾਈਆਂ ਹੋਣ, ਨਜਾਇਜ਼ ਲੋਕਾਂ 'ਤੇ ਰੇਪ ਦੇ ਪਰਚੇ, ਯਾਰੋ ਇਸ ਕਦਰ MLA ਕਰਦੇ ਹੁੰਦੇ ਆ। MLA ਨੇ ਲੈ ਮੈਂ ਇੱਕ ਗੱਲ ਹੋਰ ਸੁਣੋ, ਮੈਂ ਤਾਂ ਅੱਜ ਹੈਰਾਨ ਹੋ ਗਿਆ, ਕਹਿੰਦੇ ਗਊਸ਼ਾਲਾ ਜੋ ਫਰੀ 'ਚ ਲੈ ਆਇਆ। ਇਹ ਕਦੇ ਸੁਣੀਆ ਯਾਰ MLA ਖੋਲ ਕੇ ਲੈ ਪੈਸੇ ਨਹੀਂ ਦਿੱਤੇ, ਕਿਸੇ ਦੀ ਜ਼ਰੂਰਤ ਨਹੀਂ ਇਹ ਤੋਂ ਮੰਗ ਲੈ। ਸਾਰਾ ਸੁਲਤਾਨਪੁਰ ਚਾਹੁੰਦਾ ਸੀ ਕਿ ਮੈਂ ਇੱਥੋਂ ਇਲੈਕਸ਼ਨ ਲੜਾਂ ਤੇ ਅੱਜ ਜਿਹੜਾ ਇਲੈਕਸ਼ਨ ਵਾਲਾ ਕੰਮ ਹੈ ਉਹ ਪਿੰਡ ਬੂਸੋਵਾਲ ਤੋਂ ਸ਼ੁਰੂ ਕਰਤੀ ਆ ਕੈਂਪੇਨ ਤੇ ਜਿਹੜਾ ਹੰਗਾਰਾ ਹੈ ਤੁਸੀਂ ਵੇਖ ਹੀ ਲਿਆ ਕਿਦਾਂ। ਪਾਪਾ ਜੀ ਨੇ ਤਾਂ ਤੁਹਾਡੇ ਵਾਸਤੇ ਇਹ ਕਹਿ ਦਿੱਤਾ ਕਿ ਉਹ ਪਾਰਟੀ ਵੀ ਛੱਡ ਦੇਣਗੇ। ਅਗਰ ਪਾਰਟੀ ਪਾਪਾ ਜੀ ਨੂੰ ਕੱਢਦੀ ਹੈ ਜਾਂ ਮੰਨ ਲਓ ਇਹੋ ਜਿਹਾ ਕੋਈ ਡਿਸੀਜਨ ਲੈਂਦੀ ਹੈ, ਤੁਹਾਡਾ ਡਿਸੀਜਨ ਕੀ ਹੋਏਗਾ ਉਹਦੇ ਵਿੱਚ? ਮੇਰਾ ਡਿਸੀਜਨ ਪਹਿਲੇ ਦਿਨ ਤੋਂ ਬੜਾ ਕਲੀਅਰ ਹੈ ਕਿ ਮੈਂ ਸੁਲਤਾਨਪੁਰ ਲੋਧੀ ਤੋਂ ਇਲੈਕਸ਼ਨ ਲੜਨੀ ਹੈ। ਮੈਂ ਸੁਲਤਾਨਪੁਰ ਤੋਂ ਬਾਹਰ ਸੋਚਦਾ ਹੀ ਨਹੀਂ। ਮੈਂ ਇਸ ਵਕਤ ਪੁੱਛ ਰਿਹਾ ਕਿਉਂਕਿ ਜੱਦੀ ਪੁਸ਼ਤੀ ਕਾਂਗਰਸੀ ਹੋ ਤੁਸੀਂ,
ਰਾਣਾ ਗੁਰਜੀਤ ਸਿੰਘ ਜਿਹੜੇ ਕਾਂਗਰਸੀ ਨੇ, ਅਗਰ ਉਹਨਾਂ ਨੂੰ ਪਾਰਟੀ 'ਚ ਕੋਈ ਨੁਕਸਾਨ ਹੁੰਦਾ ਉਹਦੇ ਬਾਰੇ? ਪਾਰਟੀ ਚੋਂ ਕਾਹਦਾ ਨੁਕਸਾਨ ਹੋਣਾ, ਸੋਚਣ ਵਾਲੀ ਗੱਲ ਹੀ ਨਹੀਂ। ਅਸੀਂ ਤਾਂ ਲੋਕਾਂ ਦੀ ਸੇਵਾ ਕਰਨੀ ਹੈ, ਕਰੀ ਜਾਣੀ ਹੈ। ਵਿਧਾਇਕਾਂ ਨੇ ਚਿੱਠੀ ਪਾ ਦਿੱਤੀ ਹੈ ਨਾ ਕਿ ਪਾਰਟੀ 'ਚੋਂ ਕੱਢ ਦਿਓ ਇਹਨਾਂ ਨੂੰ। ਉਹ ਵਿਧਾਇਕਾਂ ਦੀ ਚਿੱਠੀ ਦਾ ਕੋਈ ਮੈਨਾ ਨਹੀਂ ਰੱਖਦਾ। ਉਹਨਾਂ ਨੂੰ ਆਪਦੀ ਇਲੈਕਸ਼ਨ ਤੇ ਸੋਚਣਾ ਚਾਹੀਦਾ ਰਾਦਰ ਦਿਨ ਚਿੱਠੀ ਲਿਖਣ ਵਾਸਤੇ। ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਭਖਦਾ ਜਾ ਰਿਹਾ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਗਭਗ ਤੈਅ ਸੀ, ਪਰ ਅਰਵਿੰਦ ਕੇਜਰੀਵਾਲ ਉਹਨਾਂ ਦੀ ਰਿਹਾਈ ਵਾਲੀ ਫਾਈਲ ਤੇ ਦਸਤਖਤ ਨਹੀਂ ਕਰ ਰਿਹਾ। ਅੱਜ ਅੰਮ੍ਰਿਤਸਰ ਵਿੱਚ ਸਿੱਖ ਜਥੇਬੰਦੀਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਗ੍ਰਹਿ ਮੰਤਰਾਲੇ ਦੀਆਂ ਗਾਈਡਲਾਈਨਸ ਅਨੁਸਾਰ ਜੇਲ੍ਹ ਵਿਭਾਗ ਪੰਜਾਬ ਵੱਲੋਂ ਭੇਜੀ ਪ੍ਰੋਫੈਸਰ ਭੁੱਲਰ ਦੀ ਪੱਕੀ ਰਿਹਾਈ ਦੀ ਫਾਈਲ ਕਲੀਅਰ ਨਹੀਂ ਕੀਤੀ। ਉਹਨਾਂ ਕਿਹਾ ਕਿ ਹੁਣ ਇਸ ਰੋਸ ਮਾਰਚ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ 26 ਜਨਵਰੀ ਤੋਂ ਬਾਅਦ ਉਮੀਦਵਾਰਾਂ ਨੂੰ ਜਗ੍ਹਾ-ਜਗ੍ਹਾ ਘੇਰਿਆ ਜਾਵੇਗਾ। ਕੇਂਦਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਉੱਤੇ ਸਤੰਬਰ 2019 ਨੂੰ ਨੋਟੀਫਿਕੇਸ਼ਨ ਜਾਰੀ ਕਰਤਾ ਸੀ 8 ਬੰਦੀਆਂ ਦੀ ਰਿਹਾਈ ਦਾ, ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸੀ। ਉਸ ਨੋਟੀਫਿਕੇਸ਼ਨ ਦੇ ਵਿਰੁੱਧ ਜਿਹੜਾ ਬਿੱਟਾ ਸੀ, ਜਿਹੜਾ ਇਸ ਕੇਸ ਦਾ ਮਦਈ ਆ, ਜਿਹੜਾ ਜ਼ਖਮੀ ਹੋਇਆ ਕਿਹਾ ਜਾਂਦਾ ਵਾ, ਉਹ ਨਵੰਬਰ 2019 ਨੂੰ ਸੁਪਰੀਮ ਕੋਰਟ ਵਿੱਚ ਚਲ ਗਿਆ ਸੀ। ਸੁਪਰੀਮ ਕੋਰਟ ਨੇ ਉਹਦੇ ਉੱਤੇ 9 ਦਸੰਬਰ ਨੂੰ ਸਟੇਟਸ ਕੋ ਕਰ ਦਿੱਤਾ ਤੇ ਜਿਹੜਾ ਸਟੇਟਸ ਕੋ ਆ ਹੁਣ 9 ਦਸੰਬਰ 1921 ਨੂੰ ਜਿਹੜਾ ਵਾ ਉਹਦੀ ਰਿਟ ਜਿਹੜੀ ਆ ਖਾਰਜ ਹੋ ਗਈ ਆ। ਹੁਣ ਕੋਈ ਵੀ ਕਾਨੂੰਨੀ ਤੇ ਸੰਵਿਧਾਨਕ ਅੜਚਨ ਨਹੀਂ। ਅਸੀਂ ਕੇਜਰੀਵਾਲ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਉਹ ਇਹ ਗੱਲ ਸਪਸ਼ਟ ਕਰੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਭੁੱਲਰ ਦੀ ਰਿਹਾਈ ਲਈ 9 ਦਸੰਬਰ 2021 ਤੋਂ ਬਾਅਦ ਹੁਣ ਤੱਕ ਕਿਹੜੀ ਅੜਚਨ ਆ ਜਿਹਦੇ ਤਹਿਤ ਉਹਨਾਂ ਨੇ ਇਹ ਕੇਸ ਜਿਹੜਾ ਫਾਈਲ ਦੇ ਉੱਤੇ ਸਾਈਨ ਨਹੀਂ ਕੀਤਾ। ਕਿਉਂਕਿ ਜਿਹੜੀਆਂ ਰਿਪੋਰਟਾਂ ਸੀ, ਸੋਸ਼ਲ ਰਿਪੋਰਟ ਉਹ ਵੀ ਚੱਲ ਗਈ, ਮੈਡੀਕਲ ਰਿਪੋਰਟ ਵੀ ਚੱਲ ਗਈ, ਜੇਲ੍ਹ ਰਿਪੋਰਟ ਵੀ ਚੱਲ ਗਈ, ਪੁਲਿਸ ਰਿਪੋਰਟ ਵੀ ਚੱਲ ਗਈ। ਸਾਰਿਆਂ ਨੇ ਹੀ ਉਹਦੇ ਵਿੱਚ ਸਿਫਾਰਿਸ਼ ਕੀਤੀ ਆ ਉਹਦੀ ਰਿਹਾਈ ਦੀ। ਜਦੋਂ ਰਿਹਾਈ ਦੀ ਸਿਫਾਰਿਸ਼ ਕਰ ਦਿੱਤੀ ਆ, ਫਿਰ ਕਿਹੜੀ ਕਾਨੂੰਨੀ ਅੜਚਨ ਆ, ਚਾਹੇ ਕੀ ਕਾਰਨ ਆ, ਕੀ ਵੋਟ ਨੀਤੀ ਆ ਉਹਦੇ ਪਿੱਛੇ, ਜਾਂ ਦੇਸ਼ ਭਗਤੀ ਦਾ ਪ੍ਰਗਟਾਵਾ ਕਰਨ ਦਾ ਯਤਨ ਕੀਤਾ ਜਾ ਰਿਹਾ, ਜਾਂ ਸਿੱਖਾਂ ਦੇ ਨਾਲ ਵੈਰ ਭਾਵਨਾ ਈਰਖਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ, ਜਾਂ ਸਿੱਖਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਲਈ ਖਤਰਾ ਨੇ, ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਿਹੜਾ ਇੱਕ ਟੈਰੋਰਿਸਟ ਹੀ ਅਜੇ ਤੱਕ ਮੰਨਿਆ ਜਾ ਰਿਹਾ। ਇਹ ਗੱਲਾਂ ਸਾਰੀਆਂ ਉਹ ਸਪਸ਼ਟ ਕਰੇ। ਤੇ ਨਾਲ ਹੀ ਮੋਦੀ ਸਰਕਾਰ ਨੂੰ ਵੀ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ 2019 ਦੇ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਖੁਦ ਪ੍ਰੋਫੈਸਰ ਸਾਹਿਬ ਦੀ ਰਿਹਾਈ ਦਾ ਐਲਾਨ ਕਰ ਦਿੱਤਾ ਸੀ, ਤੇ ਫਿਰ ਤੁਸੀਂ ਸੰਵਿਧਾਨ ਦੇ ਆਰਟੀਕਲ 72 ਦੇ ਤਹਿਤ ਜੇ ਕੇਜਰੀਵਾਲ ਸਰਕਾਰ ਡਿਲੇ ਕਰ ਰਿਹਾ ਤੇ ਤੁਸੀਂ ਉਹਨੂੰ ਬਾਈਪਾਸ ਕਰਕੇ ਤੇ ਇਹ ਕਿਉਂ ਨਹੀਂ ਕਰ ਰਹੇ ਰਿਹਾਈ ਜਿਹੜੀ ਆ? ਕਿਉਂਕਿ ਪ੍ਰੋਫੈਸਰ ਸਾਹਿਬ ਜਿਹੜਾ ਵਾ ਉਹ 1994 ਤੋਂ ਜੇਲ੍ਹ ਦੇ ਵਿੱਚ ਬੰਦ ਆ। ਤੇ ਇਹ ਨਾਲ ਹੀ ਮੈਂ ਇਹ ਗੱਲ ਇੱਥੇ ਸਪਸ਼ਟ ਕਰਨਾ ਚਾਹੁੰਦਾ ਪ੍ਰੈਸ ਦੇ ਰਾਹੀਂ ਪੂਰੇ ਸਿੱਖ ਜਗਤ ਨੂੰ, ਖਾਸ ਕਰਕੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰਾਂ ਨੂੰ, ਕਿ ਇੱਕ ਤੇ ਕੇਸ ਹੁੰਦਾ ਰੇਅਰ ਟੂ ਰੇਅਰੈਸਟ, ਜਿਹਦੇ ਵਿੱਚ ਅਦਾਲਤ ਫਾਂਸੀ ਦੀ ਸਜ਼ਾ ਸੁਣਾਉਂਦੀ ਆ, ਪਰ ਇਹ ਦੂਜੇ ਨੁਕਤੇ ਦੇ ਨਾਲ ਰੇਅਰ ਟੂ ਰੇਅਰੈਸਟ ਕੇਸ ਆ, ਕਿਉਂਕਿ ਇਹਦੇ ਵਿੱਚ ਸਰਕਾਰ ਦੇ ਤਿੰਨਾਂ ਹੀ ਅੰਗਾਂ ਨੇ, ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਨੇ ਕਾਨੂੰਨ ਦੀ ਉਲੰਘਣਾ ਕਰਕੇ, ਕਾਨੂੰਨ ਦਾ ਵਿਰੋਧ ਕਰਕੇ ਇੱਕ ਫੈਸਲਾ ਸੁਣਾਇਆ ਵਾ, ਸਾਰੀ ਕਾਰਵਾਈ ਕੀਤੀ ਆ। ਉਹਦੇ ਬਾਰੇ ਮੈਂ ਸਪਸ਼ਟ ਕਰ ਦਿਆਂ ਕਿਵੇਂ ਪ੍ਰੋਫੈਸਰ ਸਾਹਿਬ ਨੂੰ ਡਿਪੋਰਟ ਕੀਤਾ ਗਿਆ ਸੀ। ਜਰਮਨ ਸਰਕਾਰ ਨੇ ਕੀਤਾ ਸੀ। ਉੱਥੇ ਜਿਹੜਾ ਵੀ ਮੁਲਕ ਕਿਸੇ ਨੂੰ ਡਿਪੋਰਟ ਕਰਦਾ, ਜਿਹੜੀ ਸਜ਼ਾ ਉਸ ਮੁਲਕ ਦੇ ਵਿੱਚ ਨਹੀਂ, ਉਹ ਜਿੱਥੇ ਉਹਨੂੰ ਭੇਜਿਆ ਜਾਂਦਾ ਉੱਥੇ ਉਹ ਸਜ਼ਾ ਨਹੀਂ ਸੁਣਾਈ ਜਾਂਦੀ। ਪਰ ਇੱਥੇ ਟਾਡਾ ਐਕਟ ਦੇ ਤਹਿਤ ਇੱਕ ਜਿਹੜੀ ਫੇਕ ਜਿਹੜੀ ਉਹਦੀ ਡਿਸਕਲੋਜ਼ਰ ਸਟੇਟਮੈਂਟ ਸੀ, ਕਨਫੈਸ਼ਨ ਸਟੇਟਮੈਂਟ, ਡਿਸਕਲੋਜ਼ਰ ਨਹੀਂ ਕਨਫੈਸ਼ਨ ਸਟੇਟਮੈਂਟ,
ਜਿਹਦੇ ਉੱਤੇ ਉਹਦਾ ਅੰਗੂਠਾ ਲੱਗਾ ਵਾ ਪ੍ਰੋਫੈਸਰ ਸਾਹਿਬ ਦਾ। ਹੁਣ ਇਹ ਨੁਕਤਾ ਵੇਖਣਾ ਚਾਹੀਦਾ ਸੀ। ਬੇਸ਼ੱਕ ਜਿਹੜੀ ਡੈਜ਼ਿਗਨੇਟਡ ਕੋਰਟ ਸੀ, ਸਪੈਸ਼ਲ ਟਾਡਾ ਕੋਰਟ ਸੀ, ਉਹਨੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਅੱਗੇ ਸੁਪਰੀਮ ਕੋਰਟ ਨੇ ਇਹ ਨੁਕਤਾ ਵੇਖਣਾ ਸੀ ਕਿ 133 ਗਵਾਹਾਂ ਦੇ ਵਿੱਚੋਂ ਜਦੋਂ ਉਹਦੇ ਵਿਰੁੱਧ ਇੱਕ ਵੀ ਗਵਾਹ ਨੇ ਗਵਾਹੀ ਨਹੀਂ ਦਿੱਤੀ ਤੇ ਫਿਰ ਇਹ ਜਿਹੜੀ ਉਹਦੀ ਕਨਫੈਸ਼ਨ ਸਟੇਟਮੈਂਟ ਆ ਉਹ ਸਹੀ ਆ ਜਾਂ ਗਲਤ ਆ, ਕਿਉਂਕਿ ਉਹਦੇ ਉੱਤੇ ਅੰਗੂਠਾ ਲੱਗਾ ਵਾ, ਉਹ ਟਾਈਪ ਕੀਤੀ ਆ। ਤੇ ਪ੍ਰੋਫੈਸਰ ਸਾਹਿਬ ਇੱਕ ਅਨਪੜ੍ਹ ਨਹੀਂ ਸੀ ਕਿ ਜਿਨ੍ਹਾਂ ਦਾ ਅੰਗੂਠਾ ਉਹ ਉੱਥੇ ਅੰਗੂਠਾ ਲਾਉਂਦੇ ਉੱਥੇ ਆਪਣੇ ਸਾਈਨ ਨਾ ਕਰਦੇ। ਇਹ ਨੁਕਤਾ ਵੇਖਣਾ ਚਾਹੀਦਾ ਹੈ। ਇਹ ਨੁਕਤੇ ਨੂੰ ਸੁਪਰੀਮ ਕੋਰਟ ਨੇ ਅੱਖੋਂ ਪਰੋਖੇ ਕੀਤਾ। ਇਸ ਕਰਕੇ ਇਸ ਖਾਲਸਾਈ ਨਜ਼ਰੀਏ ਦੇ ਨਾਲ ਇਹ ਰੇਅਰ ਟੂ ਰੇਅਰੈਸਟ ਕੇਸ ਅਸੀਂ ਮੰਨਦੇ ਹਾਂ, ਕਿਉਂਕਿ ਜਿੱਥੇ ਸਜ਼ਾ ਬਣਦੀ ਨਹੀਂ ਸੀ ਉੱਥੇ ਸਜ਼ਾ ਸੁਣਾ ਦਿੱਤੀ ਗਈ। ਤੇ ਆਜ਼ਾਦੀ ਦੇ 74 ਸਾਲ ਬਾਅਦ ਵੀ ਦੇਸ਼ ਵਿੱਚ ਹਾਲੇ ਬੁਲਟ ਟ੍ਰੇਨ ਚ ਦੌੜਾਉਣ ਦੀਆਂ ਗੱਲਾਂ ਹੀ ਹੋ ਰਹੀਆਂ ਤੇ ਅੱਜ ਵੀ ਲੋਕੀ ਗੁਲਾਮਾਂ ਵਾਂਗ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਇਸ ਦਾ ਅੰਦਾਜ਼ਾ ਪਠਾਨਕੋਟ ਦੇ ਹਲਕਾ ਭੋਆ ਵਿੱਚ ਲਗਾਇਆ ਜਾ ਸਕਦਾ ਹੈ, ਜਿੱਥੇ ਪਿੰਡ ਮੰਜੀਰੀ ਦੇ ਲੋਕੀ ਅੱਜ ਵੀ ਮੁੱਢਲੀਆਂ ਲੋੜਾਂ ਲਈ ਸੰਘਰਸ਼ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਨਾ ਪੀਣ ਵਾਲਾ ਪਾਣੀ, ਨਾ ਹੀ ਪਾਣੀ ਦੀ ਨਿਕਾਸੀ, ਨਾ ਪੱਕੀਆਂ ਸੜਕਾਂ ਤੇ ਹੋਰ ਸਹੂਲਤਾਂ ਲਈ ਲੋਕੀ ਇਨ੍ਹਾਂ ਨੇਤਾਵਾਂ ਦੀਆਂ ਮਿੰਨਤਾਂ ਵੀ ਕਰ ਚੁੱਕੇ ਹਨ, ਪਰ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਸਾਡੇ ਪਿੰਡ ਦੇ ਹਾਲਾਤ ਦੁਨੀਆ ਦੇਖੇ ਕਰਦੀ ਹੈ ਕੀ ਹਾਲਤ ਹੈ। ਜਦੋਂ ਸਾਡੇ ਪਿੰਡ ਦੀਆਂ ਸਾਰੀਆਂ ਭੈਣਾਂ, ਮਾਤਾ ਭੈਣਾਂ ਜਾਂਦੀਆਂ ਨਾ, ਭਰਾ ਜਾਂਦੇ ਸਾਡੇ ਇੱਧਰ ਬਾਹਰ ਗਲੀਆਂ 'ਚ, ਕਈਆਂ ਸਲਵਾਰਾਂ ਚੁੱਕ ਕੇ ਅਸੀਂ ਲੰਘਨੇ ਆ ਜੀ, ਉਹ ਸਾਨੂੰ ਚੰਗਾ ਨਹੀਂ ਲੱਗਦਾ। ਜੇ ਅਸੀਂ ਸਲਵਾਰਾਂ ਚੁੱਕ ਕੇ ਜਾਈਏ ਸਾਡੀ ਬੇਇੱਜ਼ਤੀ ਦੇ ਵਿੱਚ ਕੋਈ ਚੰਗੇ ਕੰਮ ਨਹੀਂ ਸਾਡੇ ਕਰੇ। ਸਾਡੇ ਪਿੰਡ ਵਿੱਚ ਕਿਸੇ ਨੇ ਹੱਲ ਕੀਤਾ ਹੀ ਨਹੀਂ। ਅਸੀਂ ਨਾ ਸਰਪੰਚ ਦਾ ਕਸੂਰ ਕੱਢਣੇ ਆ, ਨਾ ਕਿਸੇ ਦਾ ਕਸੂਰ ਕੱਢਦੇ। ਸਾਡੇ ਆਂਦੇ ਜਾਂਦੇ ਦੁਨੀਆ ਦੇਖੋ ਕਿ ਉਹ ਸਰਪੰਚ ਵੀ ਕਈ ਵਾਰੀ ਬਣ ਚੁੱਕੇ ਸਾਡੇ ਪਿੰਡ ਵਿੱਚ। ਕਿੰਨੇ ਵਾਰੀ ਸਰਪੰਚ ਬਣਾਉਣ, 35 ਸਾਲ ਹੋ ਗਏ ਸ਼ਾਦੀ ਹੋਏ ਦੇ, ਅਸੀਂ ਇਹੋ ਕੁਝ ਦੇਖਿਆ ਇਸ ਪਿੰਡ ਵਿੱਚ ਆ ਕੇ। ਸਾਡਾ ਕਿਸੇ ਨੇ ਹੱਲ ਨਹੀਂ ਕੀਤਾ। ਐਮਐਲਏ ਆਇਆ, ਹੁਣ ਵੀ ਕਿਸੇ ਸ਼ਿਕਾਇਤ ਕੀਤੀ ਅਸੀਂ ਜੋਗਿੰਦਰਪਾਲ ਨੂੰ, ਪਰ ਦੇਖੋ ਇੱਥੇ ਸੜਕ ਤੇ ਖੜੀਆਂ ਹੀ ਅਸੀਂ ਜੋਗਿੰਦਰਪਾਲ ਨੂੰ ਕਿਹਾ ਠਾਂ ਉੱਤਰ ਕੇ ਚੱਲ, ਇੱਕ ਵਾਰੀ ਉੱਤਰ ਕੇ ਚੱਲ ਜਾ, ਫਿਰ ਤੇਰੀ ਜਾ ਕਰ। ਕਹਿੰਦਾ ਮੇਰੀ ਗੱਡੀ ਤੇ ਲੰਘ ਜਾਣੀ ਏਦਾਂ ਵੀ, ਮੈਂ ਥਾਂ ਕੋਲ ਉਤਰਨਾ। ਸਰ ਹਾਲਾਤ ਇੱਥੋਂ ਤੁਹਾਨੂੰ ਪਤਾ ਹੀ ਹੈ, ਦੇਖਿਆ ਹੀ ਤੁਸੀਂ ਵੀ ਇੰਨੇ ਮਾੜੇ ਹਾਲਾਤ ਨੇ ਫਿਲਹਾਲ। ਦੇਖੋ ਇੱਥੇ ਤੇ ਪਹਿਲੀ ਗੱਲ ਹੈ ਵੀ ਆਪਣੀਆਂ ਹੀ ਮਜੋਰਟੀਆਂ ਬਣਾਈ ਦੀਆਂ, ਕਿਸੇ ਬਾਰੇ ਕੋਈ ਨਹੀਂ ਸੋਚਦਾ। ਇੰਨੇ ਸਾਲਾਂ ਦਾ ਇੱਥੇ ਚਰਾ ਚੱਲਣ ਡਿਆ, ਫਿਲਹਾਲ ਇਹਦਾ ਤਾਂ ਸੁਧਾਰ ਕਰੋ। ਜੇ ਪਿੰਡ ਦਾ ਨਹੀਂ ਕਰਨਾ, ਕਮ ਸੇ ਕਮ ਸੜਕਾਂ ਦਾ ਤਾਂ ਕਰੋ। ਦੇਖੋ ਜੇ ਆਉਂਦੇ ਨੇ ਐਮਐਲਏ, ਆਉਂਦੇ ਨੇ ਆਪਣੀਆਂ ਗੱਡੀਆਂ 'ਚ ਬਹਿ ਕੇ ਚਲ ਜਾਂਦੇ ਨੇ, ਫੇਰਾ ਦੌਰਾ ਲਾ ਕੇ ਚਲ ਜਾਂਦੇ ਨੇ। ਫਿਲਹਾਲ ਜਾਂ ਤਾਂ ਪੈਦਲ ਉਤਰ ਕੇ ਦੇਖਣ ਨਾ, ਵੀ ਦੇਖੋ ਵੀ ਕਿੱਦਾਂ ਸਲਵਾਰਾਂ ਤੇ ਪਜਾਮੇ ਚੁੱਕੇ ਜਾਂਦੇ ਨੇ। ਬੱਚਿਆਂ ਦਾ ਲੰਘਣਾ ਮੁਸ਼ਵਾਰ ਹੋ ਗਿਆ, ਬੱਚੇ ਨਹੀਂ ਲੰਘ ਸਕਦੇ ਇੱਥੋਂ। ਅਸੀਂ ਤਾਂ ਫਿਰ ਬਜ਼ੁਰਗ ਬੰਦੇ ਆ, ਜੇਕਰ ਬਜ਼ੁਰਗਾਂ ਨੂੰ ਵੀ ਸੱਟਾਂ ਲੱਗ ਗਈਆਂ ਤਾਂ ਇਹਦਾ ਕੌਣ ਜ਼ਿੰਮੇਵਾਰ ਹੋਏਗਾ। ਇੱਥੇ ਫਿਲਹਾਲ ਸਰਪੰਚਾਂ ਨੇ ਵੀ ਕੁਝ ਨਹੀਂ ਕਰਨਾ। ਸਰਪੰਚ ਤਾਂ ਸੋਚਦੇ ਵੀ ਸਾਡੇ ਖਾਤੇ 'ਚ ਇੰਨਾ ਪੈਸੇ ਆਏ ਨੇ, ਜੇ ਪੈਸੇ ਆਏ ਤਾਂ ਤੁਸੀਂ ਕੁਝ ਲਗਾਓ ਤਾਂ ਸਹੀ, ਤੁਸੀਂ ਆਪਣੇ ਮੈਂਬਰਾਂ ਨਾਲ ਜੋੜੋ ਤਾਂ ਸਹੀ। ਮੈਂਬਰਾਂ ਨੇ ਥੋੜ੍ਹੀ ਆਪਣੇ ਆਪ ਜੁੜ ਜਾਣਾ ਵਾ, ਇਹ ਤਾਂ ਥੋੜ੍ਹਾ ਸਰਪੰਚਾਂ ਨੂੰ ਵੀ ਲਿਖਣਾ ਚਾਹੀਦਾ। ਸਰਪੰਚ ਤੇ ਆਪਣੇ ਟੋਰ 'ਚ ਰਹਿੰਦੇ ਨੇ ਵੀ ਨਹੀਂ ਅਸੀਂ ਸਰਪੰਚ ਬਣ ਗਏ, ਪਿੰਡਾਂ ਦੇ ਮੋਹਤਵਾਰ ਬਣ ਗਏ ਆ, ਤੇ ਫਿਲਹਾਲ ਪਬਲਿਕ ਸਾਡੀ ਬਣ ਗਈ ਆ। ਪਬਲਿਕ ਬਾਰੇ ਵੀ ਤੁਸੀਂ ਸੋਚੋ ਨਾ, ਜੇਕਰ ਤੁਸੀਂ ਪਬਲਿਕ ਬਾਰੇ ਨਹੀਂ ਸੋਚਣਾ ਤਾਂ ਤੁਹਾਡੇ ਬਾਰੇ ਕੌਣ ਸੋਚੇਗਾ ਫਿਰ ਅੱਗੋਂ ਤੋਂ। ਮਾੜੇ ਨੇ, ਤੁਸੀਂ ਆ ਕੇ ਦੇਖਿਆ ਹੀ ਹੈ, ਹਰ ਗਲੀ 'ਚ ਹਰ ਜਗ੍ਹਾ 'ਚ ਪਾਣੀ, ਗਾਰਾ, ਮਿੱਟੀ, ਇਹੀ ਸਭ ਕੁਝ ਦੇਖਣ ਨੂੰ ਮਿਲ ਰਿਹਾ। ਕੋਈ ਸਾਡੇ ਪਿੰਡ ਦਾ ਵਿਕਾਸ ਨਹੀਂ ਹੋਇਆ। ਸਾਨੂੰ ਨਹੀਂ ਪਤਾ ਕਿ ਪਿੰਡ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ। ਸਾਡੇ ਜੋ ਵੀ ਸਾਨੂੰ ਵੋਟ ਮੰਗਣ ਆਉਂਦੇ ਆ ਉਹੀ ਵਾਅਦਾ ਕਰਕੇ ਜਾਂਦੇ ਆ ਕਿ ਤੁਹਾਨੂੰ ਅਸੀਂ ਵਧੀਆ ਫਿਊਚਰ ਦੇਵਾਂਗੇ, ਵਧੀਆ ਤੁਹਾਡੀ ਸੜਕਾਂ ਬਣਨਗੀਆਂ, ਤੁਹਾਡੇ ਪਿੰਡ ਦਾ ਵਿਕਾਸ ਹੋਵੇਗਾ, ਬਟ ਸਾਨੂੰ ਤੁਹਾਡੇ ਪਿੰਡ ਦਾ ਵਿਕਾਸ 1% ਨਹੀਂ ਲੱਭਿਆ। ਕੋਈ ਵੀ ਇੱਥੋਂ ਇਨਸਾਨ ਲੰਘਦਾ, ਕੋਈ ਪਰੋਣੇ ਸਾਡੇ ਗੈਸਟ ਜਿਹੜੇ ਆ ਉਹ ਤਾਂ ਸਾਡੇ ਪਿੰਡਾਂ ਨੂੰ ਡਰਦੇ ਆ ਕਿ ਤੁਹਾਡੇ ਪਿੰਡ ਕਿਉਂ ਆਈਏ, ਤੁਹਾਡੇ ਪਿੰਡ ਤੇ ਆਉਣ ਨੂੰ ਜਗ੍ਹਾ ਹੀ ਨਹੀਂ, ਇੰਨਾ ਨਾ ਪਾਣੀ ਹੈ, ਗੋਡੇ ਗੋਡੇ ਪਾਣੀ ਹੈ। ਇੱਕ ਵਾਰ ਚੱਲ ਕੇ ਦੇਖਣ ਵਿਧਾਇਕ ਜੋ ਵੀ ਵੋਟ ਮੰਗਣ ਆਉਣਗੇ, ਇਸ ਵਾਰ ਕੋਈ ਵੀ ਪਾਰਟੀ ਸਾਡੇ ਕੋਲ ਵੋਟ ਮੰਗਣ ਆਉਂਦੀ ਹੈ, ਕਾਂਗਰਸ, ਅਕਾਲੀ, ਬੀਜੇਪੀ ਨੂੰ, ਆਪਾਂ ਤਿੰਨਾਂ ਪਾਰਟੀਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਵੋਟ ਮੰਗਣ ਤੋਂ ਪਹਿਲਾਂ ਸਾਡੀ ਇਹ ਜਿਹੜੀ ਗਲੀ ਹੈ ਪਾਣੀ ਵਾਲਾ, ਇੱਥੋਂ ਲੰਘ ਕੇ ਦੱਸਣ ਤੇ ਫਿਰ ਸਾਡੇ ਕੋਲ ਆਉਣ ਤੇ ਸਾਡਾ ਮਸਲਾ ਹੱਲ ਕਰੋ ਪਹਿਲਾਂ, ਫਿਰ ਸਾਡੇ ਕੋਲ ਵੋਟ ਮੰਗਣ। ਵਿਕਾਸ ਸਰ ਪਿੰਡ 'ਚ ਗਲੀਆਂ 'ਚ ਤਾਂ ਬਥੇਰਾ ਹੋਏਦਾ, ਇੱਧਰੋਂ ਹੁਣ ਅੱਗੇ ਨਾ ਜਗ੍ਹਾ ਆ ਕੋਈ ਪਾਣੀ ਸੁੱਟਣ ਨੂੰ, ਤੇ ਨਾ ਕੋਈ ਮੈਂਬਰ ਨਾਲ ਲੱਗਦਾ। ਤੇ ਜੇ ਸਰਕਾਰ ਮੈਨੂੰ ਪਰਮਿਸ਼ਨ ਦਿੱਤੀ ਹੈ, 2 ਮੈਂਬਰ ਮੇਰੇ ਕੋਲ ਆਇਆ ਤੇ ਮੈਂ ਕਰਵਾ ਦੇਣਾ ਕੰਮ। ਜੇ ਮੈਂ ਪ੍ਰਬੰਧਕ ਲਾਇਆ ਭੇਜੇ ਤਾਂ ਮੈਂ ਪ੍ਰਬੰਧਕ ਲਾਉਣ ਵਾਸਤੇ ਵੀ ਪੈਸੇ ਭੇਜਦੇ ਆ। ਹੁਣ ਇਹ ਲਾਗੇ ਛਾਗੇ ਕਣਕਾਂ ਇੱਧਰ ਪਾਣੀ ਛੱਡਣਾ ਤੇ ਕੋਈ ਕਰਨੇ ਤੇ ਛੱਡ ਨਹੀਂ ਦਿੰਦਾ। ਤੇ ਜਿਹੜੀ ਜ਼ਮੀਨ ਇੱਥੇ 7 ਮਰਲੇ ਆ ਉਹ 'ਚ ਕਮਾਂਦ ਲੱਗੇ ਆ, ਲੋਕ ਛੱਡਦੇ ਨਹੀਂ। ਇੱਥੇ ਦੇਖਣ ਨੂੰ ਇਹੀ ਲੱਭ ਰਿਹਾ ਕਿ ਪਿੰਡ ਦੇ ਸਾਰੇ ਪਾਸੇ ਪਾਣੀ ਪਾਣੀ ਹੈ, ਕੋਈ ਇਹਦਾ ਨਿਕਾਸ ਨਹੀਂ ਹੈਗਾ। ਮਤਲਬ ਕਿ ਨਿਕਾਸ ਹੈ ਆ, ਕੋਈ ਕੱਢਦਾ ਨਹੀਂ ਹੈਗਾ, ਕਿਉਂਕਿ ਇੱਥੇ ਸਾਨੂੰ ਕਿ ਸਾਰੇ ਪੂਰੇ ਪਿੰਡ ਨੂੰ ਇੱਥੋਂ ਜਾਣ ਦੀ ਬਹੁਤ ਦਿੱਕਤ ਹੈਗੀ ਹੈ। ਈਡੀ ਨੇ ਜੋ ਛਾਪੇਮਾਰੀ ਕੀਤੀ ਉਹ ਸਹੀ ਹੈ ਤੇ ਇਸ ਦੀ ਨਿਰਪੱਖ ਜਾਂਚ ਹੋਵੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਰਵੀ ਕਿਰਨ ਸਿੰਘ ਕਾਲੋ ਨੇ ਕੀਤਾ।
ਉਹਨਾਂ ਕਿਹਾ ਕਿ ਚਰਨਜੀਤ ਚੰਨੀ ਨੇ ਮਿਲ ਕੇ ਇਹ ਕਰੋੜਾਂ ਦੇ ਘੁਟਾਲੇ ਕੀਤੇ ਤੇ ਆਪਣੇ ਘਰ ਭਰ ਲਏ। ਉਹਨਾਂ ਚੰਨੀ ਨੂੰ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਇੰਨੇ 2 ਨੰਬਰ ਦੇ ਪੈਸਿਆਂ ਦਾ ਮਿਲਣਾ ਵੱਡਾ ਸਵਾਲ ਖੜਾ ਕਰਦਾ ਹੈ। ਮੈਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਕਿ ਜੋ ਲੋਕੀ ਪਿਆਰ ਦੇ ਰਹੇ ਨੇ ਉਹਦਾ ਮੈਂ ਦੇਣਾ ਨਹੀਂ ਦੇ ਸਕਦਾ। ਮੈਂ ਜਿਸ ਪਿੰਡ ਵੀ ਗਿਆ ਵਾਂ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਤਗੜੇ ਹੋ ਕੇ ਪੱਲਾ ਫੜਿਆ। ਅੱਜ ਵੀ ਆਪਾਂ ਹੁਣੇ ਆ ਬਾਂਗੋਵਾਲੀ ਆਏ ਆ ਤੇ ਮੇਰੇ ਖਿਆਲ 15-16 ਪਰਿਵਾਰ ਜਿਹੜੇ ਨੇ ਉਹ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹੋਏ ਨੇ। ਕੱਲ੍ਹ ਵੀ ਪੰਜਾਬ ਦੇ ਜਿਹੜੇ ਚੇਅਰਮੈਨ ਸੀ ਸਾਬਕਾ ਚੇਅਰਮੈਨ ਵਿੱਚ ਉਹਨਾਂ ਦੇ ਵਿੱਚੋਂ ਕਈ ਹੋਰ ਡਾਇਰੈਕਟਰ ਸੰਮਤੀ ਮੈਂਬਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਤੇ ਮੈਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ, ਧੰਨਵਾਦ ਵੀ ਕਰਦਾ ਉਹਨਾਂ ਦਾ ਸਾਰਿਆਂ ਦਾ। ਰੰਧਾਵਾ ਸਾਹਿਬ ਮੇਰਾ ਖਿਆਲ ਮੈਂ ਸਿਆਣੇ ਬੰਦੇ ਨੇ, ਮੇਰੇ ਤੋਂ ਮੇਰਾ ਖਿਆਲ ਹੈ ਕਿ ਘੱਟੋ ਘੱਟ 20 ਸਾਲ ਵੱਡੇ ਨੇ। ਜੇ ਗੰਦ ਸੀ ਤਾਂ ਤੁਸੀਂ ਚੇਅਰਮੈਨ ਕਿਉਂ ਬਣਾਏ? ਤੁਹਾਡੇ ਕੋਲ ਜੇ ਇੰਨੇ ਸਿਆਣੇ ਸੁਘੜ ਸੂਝਵਾਨ ਵਰਕਰ ਸੀ ਤੁਹਾਡੇ, ਤੁਸੀਂ ਉਹਨਾਂ ਦੇ ਸਿਰ ਤੇ ਮੇਰੇ ਭਰੇ ਹੱਥ ਤੇ ਰੱਖਿਆ ਨਾ। ਜੇ ਲੇਬਰ ਫੈਡ ਦਾ ਚੇਅਰਮੈਨ ਬਣਾਇਆ ਗਿਆ ਵਾ ਸਰਦਾਰ ਜਗਤਾਰ ਸਿੰਘ ਗੋਸਲ ਨੂੰ, ਅਸੀਂ ਨਹੀਂ ਬਣਾਇਆ, ਸਰਦਾਰ ਸੁਖਜਿੰਦਰ ਸਿੰਘ ਰੰਧਾਵੇ ਨੇ ਬਣਾਇਆ ਤੇ ਚੰਨੀ ਜੀ ਕੋਲੋਂ ਬਣਵਾਇਆ। ਇਹ ਵੀ ਨਹੀਂ ਕਹਿ ਸਕਦੇ ਕਿ ਕੈਪਟਨ ਅਮਰਿੰਦਰ ਸਿੰਘ ਬਣਾ ਕੇ ਗਿਆ। ਇਹਦਾ ਮਤਲਬ ਵੀ ਉਹਦੇ ਪੱਲੇ ਸੀ ਬੰਦੇ ਦੇ ਕੁਝ, ਤੇ ਉਸ ਬੰਦੇ ਨੇ ਸੱਚੀਆਂ ਗੱਲਾਂ ਕੀਤੀਆਂ ਇਹਨੂੰ ਵੀ ਜਦੋਂ ਜੋ ਹੋਇਆ। ਤੇ ਹੁਣ ਇਹ ਜੇ ਉਹਨਾਂ ਨੂੰ ਵੀ ਗੰਦ ਕਹਿਣ ਲੱਗ ਪਿਆ ਤੇ ਇਹਨੂੰ ਪੁੱਛੋ ਵੀ ਸਰਦਾਰ ਸਾਹਿਬ ਤੁਹਾਡੇ ਕੋਲ ਚੰਗੇ ਬੰਦੇ ਜਿਹੜੇ ਹੈਗੇ ਫਿਰ ਉਹਨੂੰ ਕਹੋ ਜੀ 5 ਵਾਰੀ ਤੁਸੀਂ ਕਿੱਥੋਂ ਹਰਾਰ ਦੇ ਦਿੱਤੀ ਸਾਨੂੰ ਜੀ। 2 ਵਾਰੀ ਤਾਂ ਸੁਖਜਿੰਦਰ ਸਿੰਘ ਰੰਧਾਵੇ ਨੂੰ ਹਰਾਇਆ ਸੀ, ਹਾਂਜੀ। 3 ਵਾਰੀ ਮੇਰੇ ਫਾਦਰ ਸਾਹਿਬ ਇਲੈਕਸ਼ਨ ਲੜੀ ਤੇ 3 ਵਾਰੀ ਜਿੱਤੇ ਨੇ ਉਹ। 2 ਇਲੈਕਸ਼ਨਾਂ ਅਸੀਂ ਹਰੇ ਹਾਂ, 5 ਵਾਰੀ ਉਹਨਾਂ ਨੇ ਕਿਹੜੀ ਹਰਾ ਦਿੱਤੀ। ਉਹਨਾਂ ਨੇ ਕਹੋ ਵੀ ਜਦੋਂ ਬੰਦੇ ਦਾ ਨਾ ਦਿਮਾਗੀ ਤਵਾਜ਼ਨ ਖਰਾਬ ਹੋਣਾ ਸ਼ੁਰੂ, ਜਦੋਂ ਉਹਨੂੰ ਪਤਾ ਲੱਗੇ ਕਿ ਮੇਰੀ ਜਿਹੜੀ ਜ਼ਮੀਨ ਖਿਸਕਦੀ ਜਾਂਦੀ ਆ, ਕਿਉਂਕਿ ਜਦੋਂ ਜ਼ਮੀਨ ਖਿਸਕਣੀ ਸ਼ੁਰੂ ਹੁੰਦੀ ਨਾ ਉਦੋਂ ਬੰਦਾ ਆਪਰ ਟੱਪੜੀਆਂ ਮਾਰਦਾ। ਅਤੇ ਹੁਣ ਰੰਧਾਵਾ ਸਾਹਿਬ ਆਪਰ ਟੱਪੜੀਆਂ ਮਾਰਦੇ ਨੇ। ਪਹਿਲਾਂ ਜਿਹੜਾ ਲੋਕਾਂ ਨੂੰ ਗਾਲਾਂ ਮਾਮਾ ਭੈਣਾਂ ਦੀਆਂ ਕੱਢਦੇ ਸੀ, ਹੁਣ ਹੋਰ ਤਰੀਕੇ ਨਾਲ ਸ਼ੁਰੂ ਹੋ ਗਏ ਨੇ। ਗਿੱਦੜਬਾਹਾ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਵਿੱਚ ਭਗਵੰਤ ਮਾਨ ਨੂੰ ਪੇਸ਼ ਕੀਤੇ ਜਾਣ ਲਈ ਕਿਹਾ ਕਿ ਭਗਵੰਤ ਮਾਨ ਚੁਟਕਲੇ ਸਿਰਾ ਕਰਦੇ ਹਨ ਤੇ ਭੀੜ ਵੀ ਇਕੱਠੀ ਕਰ ਲੈਂਦੇ ਹਨ, ਉਹ ਪੰਜਾਬ ਦੀ ਦਸ਼ਾ ਨੂੰ ਸੁਧਾਰ ਨਹੀਂ ਸਕਦੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਦੇਖ ਲਿਆ ਹੈ ਤੇ ਉਹ ਸੁਖਬੀਰ ਸਿੰਘ ਬਾਦਲ ਨੂੰ ਵੀ ਪੰਜਾਬ ਦੀ ਅਗਵਾਈ ਕਰਨ ਵਾਲੇ ਮੁੱਖ ਮੰਤਰੀ ਦੇ ਰੂਪ ਵਿੱਚ ਪਸੰਦ ਨਹੀਂ ਕਰਦੇ। ਰਸਮੀ ਤੌਰ ਤੇ ਅੱਜ ਅਸੀਂ ਉਦਘਾਟਨ ਕੀਤਾ ਹੈ, ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਹੈ ਕੋਵਿਡ ਦੀਆਂ ਗਾਈਡਲਾਈਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਔਰ ਪੂਰਨ ਉਮੀਦ ਹੈ ਕਿ ਆਉਣ ਵਾਲਾ ਸਮਾਂ ਔਰ ਅੱਜ ਦਾ ਸਮਾਂ ਸਾਡੇ ਲਈ ਚੰਗਾ ਹੋਏਗਾ, ਸ਼ੁਭ ਹੋਏਗਾ ਤੇ ਪਰਮਾਤਮਾ ਭਲੀ ਕਰੇਗਾ, ਚੜ੍ਹਦੀ ਕਲਾ ਬਖਸ਼ੇਗਾ, ਤੀਜੀ ਵਾਰੀ ਵੀ ਸਾਨੂੰ ਫਤਿਹ ਬਖਸ਼ੇਗਾ। ਇਸ ਕਰਕੇ ਅੱਜ ਅਸੀਂ ਦਫ਼ਤਰ ਦਾ ਉਦਘਾਟਨ ਕਰਕੇ ਰਸਮੀ ਤੌਰ ਤੇ ਆਪਦਾ ਕੰਪੇਨ ਸ਼ੁਰੂ ਕੀਤੀ ਹੈ। ਕਿਸ ਤਰ੍ਹਾਂ ਮਿਲ ਰਿਹਾ ਹੋਗਾ ਇਸ ਵਾਰ ਗਿੱਦੜਬਾਹਾ? ਮੈਨੂੰ ਉਮੀਦ ਹੈ ਕਿ ਪਹਿਲਾਂ 2 ਵਾਰੀ ਲੋਕਾਂ ਨੇ ਬਹੁਤ ਪਿਆਰ ਦਿੱਤਾ, ਸਤਿਕਾਰ ਦਿੱਤਾ ਕਿ ਇਸ ਵਾਰੀ ਜੋ ਮੈਂ ਕਿਹਾ ਸੀ, ਜਿੰਨੇ ਵੀ ਮੈਂ ਕੰਮ ਕਹੇ ਗਿੱਦੜਬਾਹਾ ਦੇ ਲਈ, ਲੋਕਾਂ ਨੇ ਮੈਨੂੰ ਕਿਹਾ ਕਿ ਆਹ ਪ੍ਰੋਜੈਕਟਸ ਲੈ ਕੇ ਆਉਣੇ ਆ। ਮੈਨੂੰ ਲੱਗਦਾ ਕੋਈ ਐਸਾ ਕੰਮ ਨਹੀਂ ਬਚਿਆ ਜਿਹੜਾ ਮੈਂ ਗਿੱਦੜਬਾਹਾ 'ਚ ਨਾ ਕਰਾਇਆ ਹੋਵੇ। ਅੱਜ ਗਿੱਦੜਬਾਹਾ ਦੇ ਲੋਕਾਂ ਵੱਲੋਂ ਕੋਈ ਐਸੀ ਡਿਮਾਂਡ ਨਹੀਂ ਹੋਏਗੀ ਕਿ ਆਹ ਚੀਜ਼ ਸਾਡੇ ਗਿੱਦੜਬਾਹਾ 'ਚ ਰਹਿ ਗਈ ਹੈ। ਮੈਂ ਪੂਰਨ ਆਪਦੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ, ਚਾਹੇ ਹਸਪੀਟਲਸ ਦਾ ਨਿਰਮਾਣ ਸੀਗਾ, ਚਾਹੇ ਕਾਲਜਸ ਦਾ ਨਿਰਮਾਣ ਸੀਗਾ, ਚਾਹੇ ਧਰਮਸ਼ਾਲਾ ਦਾ ਨਿਰਮਾਣ ਸੀਗਾ, ਚਾਹੇ ਪਾਰਕਸ ਦਾ ਨਿਰਮਾਣ ਸੀਗਾ, ਚਾਹੇ ਸੀਵਰੇਜ ਦੇ ਮੁਕੰਮਲ ਸੜਕਾਂ, ਤੁਸੀਂ ਆਪ ਜਾ ਕੇ ਦੇਖੋਗੇ ਤੁਹਾਨੂੰ ਐਸੀ ਸੜਕ ਕਿਤੇ ਨਜ਼ਰ ਨਹੀਂ ਆਏਗੀ ਜਿੱਥੇ ਪਾਣੀ ਖੜਾ ਹੋਏਗਾ, ਸੀਵਰੇਜ ਬਲੌਕੇਜ ਹੋਏਗੀ ਪੂਰੇ ਗਿੱਦੜਬਾਹਾ 'ਚ। ਐਂਡ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ 5 ਸਾਲਾਂ ਦੇ ਅੰਦਰ ਸਾਰੇ ਜਿਹੜੇ ਪ੍ਰੋਜੈਕਟ ਸੀਗੇ ਉਹ ਅਸੀਂ ਨੇਪਰੇ ਚੜਾਤੇ, ਕੋਈ ਵਿਚਾਲੇ ਨਹੀਂ। ਹਾਂ, ਇੱਕ ਪ੍ਰੋਜੈਕਟ ਮੇਰਾ ਵਿੱਚ ਰਿਹਾ, ਉਹ ਮੈਂ ਵਾਅਦਾ ਨਹੀਂ ਕੀਤਾ ਸੀ, ਮਾਰਕਫੈਡ ਦਾ 18 ਕਰੋੜ ਰੁਪਏ ਲਾਗਤ ਦੇ ਨਾਲ ਮੈਂ ਮਾਰਕਫੈਡ ਦੇ ਵਿੱਚ ਨਵਾਂ ਪਲਾਂਟ ਲਾ ਰਹੇ ਹਾਂ, ਫੀਡ ਪਲਾਂਟ। ਸੋ ਉਹ ਮੈਂ ਲੇਟ ਸ਼ੁਰੂ ਕਰ ਪਾਇਆ, ਅਦਰਵਾਈਜ਼ ਮੈਂ ਸਾਰੇ ਜਿਹੜੇ ਪ੍ਰੋਜੈਕਟਸ ਆ ਉਹ ਅਸੀਂ ਕੰਪਲੀਟ ਕੀਤੇ ਹੈ। ਔਰ ਮੈਨੂੰ ਲੱਗਦਾ ਡਿਵੈਲਪਮੈਂਟ ਦੇ ਨਾਂ ਤੇ, ਸਰਕਾਰ ਨੇ ਕੀਤੇ ਕੰਮਾਂ ਦੇ ਨਾਮ ਤੇ ਸਾਨੂੰ ਇਸ ਵਾਰੀ ਪੰਜਾਬ ਦੇ ਲੋਕ, ਗਿੱਦੜਬਾਹਾ ਦੇ ਲੋਕ ਵੋਟ ਦੇਣ। ਗਿੱਦੜਬਾਹਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ? ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਅਗਰ ਤੁਸੀਂ ਮੇਰੇ ਕੰਮਾਂ ਕਾਰਾਂ ਤੋਂ ਸੰਤੁਸ਼ਟ ਹੋ, ਅਗਰ ਤੁਸੀਂ ਇਹ ਸਮਝਦੇ ਹੋ ਕਿ ਮੈਂ ਗਿੱਦੜਬਾਹਾ ਦੇ ਲਈ ਚੰਗਾ ਕੰਮ ਕੀਤਾ,
तो मैं हाथ जोड़ के बेनती ਤੁਹਾਨੂੰ करना चाहांगा कि ਮੈਨੂੰ ਇੱਕ ਵਾਰੀ ਫੇਰ मौका ਦਿਓ ਤਾਂ ਜੋ ਮੈਂ ਤੁਹਾਡੀ ਹੋਰ ਚੰਗੇ ਤਰੀਕੇ ਨਾਲ ਸੇਵਾ ਕਰ ਸਕਾਂ ਔਰ ਨਾਲ ਹੀ ਨਾਲ ਅਗਰ ਕਿਸੇ ਦਾ ਦਿਲ ਦੁਖਾਇਆ ਗਿਆ ਹੋਵੇ ਮੇਰੇ ਤੋਂ 5 ਸਾਲਾਂ ਦੇ ਵਿੱਚ ਕਿਸੇ ਦੀ ਅਣਦੇਖੀ ਹੋਈ ਹੋਵੇ ਤਾਂ ਮੈਂ ਹਰ ਸੱਜਣ ਭਰਾ ਮੇਰੀ ਮਾਤਾ ਤੋਂ ਮੇਰੇ ਵੀਰ ਤੋਂ ਮੈਂ ਮਾਫੀ ਮੰਗਦਾ ਹਾਂ। ਪਿਛਲੇ ਲੰਮੇ ਸਮੇਂ ਤੋਂ ਸਿੱਖ ਜਥੇਬੰਦੀਆਂ ਦਲ ਖਾਲਸਾ ਵੱਲੋਂ 26 ਜਨਵਰੀ ਅਤੇ 15 ਅਗਸਤ ਨੂੰ ਕਾਲਾ ਦਿਵਸ ਦੇ ਰੂਪ ਵਿੱਚ ਮਨਾਉਂਦੀਆਂ ਆ ਰਹੀਆਂ ਹਨ ਅਤੇ ਭਾਰਤੀ ਸੰਵਿਧਾਨ ਨੂੰ ਨਾ ਮੰਨਣ ਦਾ ਦਾਅਵਾ ਕਰਦੀਆਂ ਆ ਰਹੀਆਂ ਹਨ, ਜਿਸ ਦੇ ਚੱਲਦਿਆਂ ਇਸ ਵਾਰ ਵੀ 26 ਜਨਵਰੀ ਨੂੰ ਦਲ ਖਾਲਸਾ ਤੇ ਸਿੱਖ ਜਥੇਬੰਦੀਆਂ ਵੱਲੋਂ ਕਾਲਾ ਦਿਵਸ ਮਨਾਇਆ ਜਾਵੇਗਾ ਤੇ ਭੰਡਾਰੀ ਪੁਲ ਤੋਂ ਲੈ ਕੇ ਦਰਬਾਰ ਸਾਹਿਬ ਘੰਟਾ ਘਰ ਤੱਕ ਇੱਕ ਵਿਸ਼ਾਲ ਰੋਸ ਮਾਰਚ ਵੀ ਕੱਢਿਆ ਜਾਵੇਗਾ। ਜਿਵੇਂ ਕਿ ਮੰਡ ਸਾਹਿਬ ਨੇ ਇਹ ਗੱਲ ਕਲੀਅਰ ਕੀਤੀ ਹੈ ਕਿ ਭਾਰਤ ਨੂੰ ਸੰਵਿਧਾਨ ਮਿਲਿਆ ਨੂੰ ਇਹਦੀ ਬਣਤਰ ਹੋਏ ਨੂੰ 70 ਸਾਲ ਤੋਂ ਪਲੱਸ ਹੋ ਗਏ ਨੇ, ਪਰ ਜਿਹੜੀ ਕੌਮ ਨੇ ਇਸ ਦੇਸ਼ ਦੇ ਲਈ ਸਭ ਤੋਂ ਜ਼ਿਆਦਾ ਸਿਰ ਵਾਰੇ ਨੇ, ਫਾਂਸੀ ਦੇ ਫੰਦੇ ਚੁੰਮੇ ਨੇ, ਕੁਰਬਾਨੀਆਂ ਕੀਤੀਆਂ ਨੇ, ਕਾਲੇ ਪਾਣੀ ਦੀ ਸਜ਼ਾਵਾਂ ਹੰਢਾਈਆਂ ਨੇ, ਉਸ ਕੌਮ ਨੂੰ ਕਿਤੇ ਨਾ ਕਿਤੇ ਨੁਕਰੇ ਕੀਤਾ ਜਾ ਰਿਹਾ। ਭਾਵੇਂ ਉਹ 47 ਦੀ ਵੰਡ ਪੰਜਾਬ ਦੇ ਵਿੱਚੋਂ ਹੋਵੇ, ਭਾਵੇਂ ਉਹ ਬਾਅਦ ਚੋਂ ਹਰਿਆਣਾ ਹਿਮਾਚਲ ਬਣ ਜਾਣਾ ਹੋਵੇ, ਭਾਵੇਂ ਉਹ ਪੰਜਾਬ ਦੇ ਪਾਣੀਆਂ ਦਾ ਮਸਲਾ ਹੀ ਕਿਉਂ ਨਾ ਹੋਵੇ, ਕਿਉਂਕਿ ਅੱਜ ਕੱਲ੍ਹ ਇੱਕ ਬਹੁਤ ਬ੍ਰੇਕਿੰਗ ਨਿਊਜ਼ ਆ ਰਹੀ ਸੀ ਅੱਜ ਕੱਲ੍ਹ ਕਿ ਵੀ ਸਰਸਵਤੀ ਨਦੀ ਜਿਹੜੀ ਹੈ ਕਈ ਹਜ਼ਾਰ ਸਾਲ ਪਹਿਲਾਂ ਚੱਲਦੀ ਸੀ ਤਾਂ ਉਸ ਨੂੰ ਰਿਵਾਈਵ ਕਰਨ ਦੇ ਲਈ MOU ਦਿੱਤਾ ਜਾਣਾ ਹੈ ਹਿਮਾਚਲ ਪ੍ਰਦੇਸ਼ ਦੇ CM ਤੇ ਹਰਿਆਣਾ ਦੇ CM ਨੂੰ। ਮੈਂ ਪੁੱਛਣਾ ਚਾਹੁੰਦਾ ਹੈ ਕਿ ਪੰਜਾਬ ਦੇ ਪਾਣੀਆਂ ਦੀ ਕੀਮਤ ਨਹੀਂ, ਕਿ ਪੰਜਾਬ ਦੇ ਜੋ ਪਾਣੀ ਸੀ ਉਹਨਾਂ ਦੀ ਕੀਮਤ ਘੱਟ ਹੈ, ਜੋ ਦਰਿਆ ਆਲਰੇਡੀ ਵਗ ਰਹੇ ਨੇ, ਜੋ ਸਾਡਾ ਬਣਦਾ ਹੱਕ ਹੈ ਕਿ ਉਹ ਸਾਨੂੰ ਮਿਲਣਾ ਨਹੀਂ ਚਾਹੀਦਾ। ਇਹਦੇ ਸੰਬੰਧ 'ਚ ਵੀ ਪ੍ਰੋਟੈਸਟ ਹੋਏਗਾ। ਦੂਸਰਾ ਕਿ ਕਿਤੇ ਨਾ ਕਿਤੇ ਆਪਾਂ ਵੇਖਦੇ ਹਾਂ ਕਿ ਕਨਸਟੀਟਿਊਸ਼ਨਲ ਅਮੈਂਡਮੈਂਟਸ ਕਰਕੇ ਯੂਨੀਲੈਟਰਲ ਕੰਟਰੋਲ ਜਿਹੜਾ ਹੈ ਉਹ ਗਵਰਨਮੈਂਟ ਸਿੱਖਾਂ ਨੂੰ ਪ੍ਰੈਸ ਕਰਨ ਦੇ ਵਿੱਚ ਆਪਣਾ ਯੂਜ਼ ਕਰਦੀ ਹੈ। ਉਹ ਭਾਵੇਂ ਇਹ ਫਾਰਮ ਲਾਜ਼ ਦੀ ਗੱਲ ਆਪਾਂ ਕਰ ਲਈਏ, ਭਾਵੇਂ ਆਪਾਂ ਜੇ ਇਨ ਰੈਟਰੋਸਪੈਕਟ ਆਪਾਂ ਗੱਲ ਕਰਨੀ ਹੈ, ਵੀ ਕੈਨ ਟਾਕ ਅਬਾਊਟ ਕਿ ਜੀ ਜਿਹੜੀ 25B ਹੈ ਉਹਦੇ ਖਿਲਾਫ ਵੀ ਜਿਹੜਾ ਹੈ ਪ੍ਰੈਜ਼ੀਡੈਂਟ ਨੂੰ ਉਹ ਅਪੀਲ ਕੀਤੀ ਗਈ ਸੀ, ਬਟ ਪ੍ਰੈਜ਼ੀਡੈਂਟ ਨੇ ਉਹਨੂੰ ਨਕਾਰ ਦਿੱਤਾ ਸੀ। ਉਹ ਭਾਵੇਂ ਆਨੰਦ ਮੈਰਿਜ ਐਕਟ ਹੋਵੇ, ਕਹਿਣ ਤੋਂ ਭਾਵ ਹੈ ਕਿ ਬਹੁਤ ਸਾਰੇ ਐਸੇ ਮਸਲੇ ਨੇ ਜੋ ਸਿੱਖ ਚਾਹੁੰਦੇ ਨੇ ਕਿ ਉਹਨਾਂ ਦਾ ਹੱਲ ਹੋਵੇ। ਦੈਨ ਆਲ ਦਾ ਵੇ ਫਰੋਮ 1947 ਟੂ 84 ਸਾਡੇ ਨਾਲ ਕੀ ਹੋਇਆ, ਫਿਰ ਆਪਰੇਸ਼ਨ ਬਲੂ ਸਟਾਰ, ਆਪਰੇਸ਼ਨ ਬਲੈਕ ਥੰਡਰ, ਆਪਰੇਸ਼ਨ ਵੁੱਡ ਰੋਜ਼, ਆਪਰੇਸ਼ਨ ਨਾਈਟ ਡੋਮੀਨੈਂਟਸ, ਇਹ ਸਾਰੇ ਜਿਹੜੇ ਹੈ ਇੱਕ ਲੀਗਲ ਪ੍ਰੋਸੀਜਰ ਦੇ ਨਾਲ ਇਹਨਾਂ ਦਾ ਨੇਮ ਦੇ ਕੇ ਕਿ ਜੀ ਇਹ ਲੀਗਲ ਨੇ, ਉਹਨਾਂ ਨੂੰ ਸਿੱਖਾਂ ਦੇ ਖਿਲਾਫ ਜਿਹੜਾ ਹੈ ਉਹ ਵਰਤਿਆ ਜਾਂਦਾ, ਪੰਜਾਬੀਆਂ ਦੇ ਖਿਲਾਫ ਜਿਹੜਾ ਹੈ ਉਹ ਵਰਤਿਆ ਜਾਂਦਾ। ਜੋ ਸਾਡੇ ਅਧਿਕਾਰ ਨੇ ਉਹਨਾਂ ਨੂੰ ਖੋਹਣ ਦੀ ਜੋ ਸਾਜ਼ਿਸ਼ ਹੈ ਉਹ ਸਰਕਾਰ ਬਾਰ-ਬਾਰ ਕਰਦੀ ਆ ਰਹੀ ਹੈ। ਮੈਂ ਪੁੱਛਣਾ ਚਾਹੁੰਦਾ ਹੈ ਕਿ ਕੀ ਪੰਜਾਬੀਆਂ ਦੀ ਕੰਟਰੀਬਿਊਸ਼ਨਸ ਜਾਂ ਸਿੱਖਾਂ ਦੀ ਕੰਟਰੀਬਿਊਸ਼ਨਸ ਇਸ ਦੇਸ਼ ਦੀ ਆਜ਼ਾਦੀ ਦੇ ਵਿੱਚ, ਕਿਉਂਕਿ ਆਜ਼ਾਦੀ ਨੂੰ ਹੀ ਸਮਰਪਿਤ ਇਹ ਵੀ ਦਿਹਾੜਾ ਹੁੰਦਾ ਹੈ, ਸਾਡੀ ਫਰੀडम ਨੂੰ ਸਮਰਪਿਤ ਇਹ ਵੀ ਦਿਹਾੜਾ ਹੁੰਦਾ ਹੈ, ਸੋ ਸਿੱਖ ਵੀ ਉਸ ਫਰੀडम ਦਾ ਨਿੱਘ ਮਾਣਨਾ ਚਾਹੁੰਦੇ ਨੇ। ਸੋ ਸਾਡਾ ਉਹ ਜਿਹੜਾ ਇੱਕ ਫਰੀडम ਹੈ ਉਸ ਨੂੰ ਕਿਉਂ ਬਾਰ-ਬਾਰ ਸਰਕਾਰ ਜਿਹੜਾ ਉਹ ਪ੍ਰੈਸ ਕਰਕੇ ਤੇ ਖੋਇਆ ਜਾ ਰਿਹਾ। ਤੇ ਜੋ ਅੱਜ ਕੱਲ੍ਹ ਦਾ ਇੱਕ ਹੋਰ ਇਸ਼ੂ ਹੈ ਜਿਹਦੇ ਤੇ ਮੈਂ ਚਾਨਣਾ ਪਾਉਣਾ ਚਾਹਾਂਗਾ ਤੇ ਫਿਰ ਭਾਈ ਸਾਹਿਬ ਉਹਨੂੰ ਐਕਸਪਲੇਨ ਕਰਨਗੇ ਕਿ ਬੰਦੀ ਸਿੱਖਾਂ ਦੀ ਰਿਹਾਈ, ਕਿ ਅਸੀਂ ਬਾਰ-ਬਾਰ ਦੇਖਦੇ ਹਾਂ ਕਿ ਇੱਕ ਪਾਸਿਓਂ ਸਾਨੂੰ ਵਨ ਹੈਂਡ ਫਰੀडम ਦਿੱਤੀ ਜਾਂਦੀ ਹੈ, ਦੂਸਰੇ ਹੱਥ ਸਾਡੇ ਤੋਂ ਉਹ ਖੋਈ ਜਾਂਦੀ ਹੈ। ਸੋ ਇਹ ਐਸਾ ਕਿਉਂ ਹੋ ਰਿਹਾ ਹੈ? ਤੇ ਜਿੱਥੇ ਤੱਕ ਬੰਦੀ ਸਿੱਖਾਂ ਦੀ ਗੱਲ ਆਉਂਦੀ ਹੈ ਤੇ ਅਸੀਂ ਇਸ ਕਾਰਨ ਨਹੀਂ ਇਸ ਇਸ਼ੂ ਨੂੰ ਲੈ ਕੇ ਆ ਰਹੇ ਕਿਉਂਕਿ ਜੀ ਇਲੈਕਸ਼ਨਸ ਆ ਰਹੀਆਂ ਨੇ, ਨੋ, ਇਹ ਬਹੁਤ ਦੇਰ ਦਾ ਮਸਲਾ ਹੈ। ਪਰ ਬਿਕੋਜ਼ ਨਾਓ ਫੋਰ ਐਗਜ਼ਾਮਪਲ ਕਿ ਭੁੱਲਰ ਸਾਹਿਬ ਦਾ ਮਸਲਾ ਹੈ, ਕੇਜਰੀਵਾਲ ਇਜ਼ ਕਮਿੰਗ ਓਵਰ ਹੇਅਰ ਕਿ ਆਈ ਵਿਲ ਗਿਵ ਯੂ ਰਾਈਟਸ, ਇਫ ਯੂ ਆਰ ਹੇਅਰ ਟੂ ਗਿਵ ਅਸ ਰਾਈਟਸ, if you are here to speak, if you are here to provide freedom to the people of Punjab, then ਆਪਣੀ ਜੋ ਚੁੱਪੀ ਹੈ ਭੁੱਲਰ ਸਾਹਿਬ ਦੇ ਮਸਲੇ ਤੇ ਉਹ ਤੋੜਨ ਤੇ ਉਹਨਾਂ ਨੂੰ ਇਨਸਾਫ ਦੇਣ। ਸੋ ਇਸੇ ਸੰਦਰਭ ਦੇ ਵਿੱਚ ਸਾਡਾ ਜੋ ਪ੍ਰੋਟੈਸਟ ਹੈ 26 ਤਰੀਕ ਨੂੰ ਉਹ 3 ਯੂਥ ਆਰਗੇਨਾਈਜੇਸ਼ਨਸ ਤੇ ਦਲ ਖਾਲਸਾ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੂਲ ਰੂਪ ਵਿੱਚ ਪਿੰਡ ਤਲਵੰਡੀ ਮੱਲੀਆ ਦੇ ਵਸਨੀਕ ਅਤੇ ਪਿਛਲੇ 20 ਸਾਲ ਤੋਂ ਦੁਬਈ ਦੀ ਇੱਕ ਕੰਪਨੀ ਵਿੱਚ ਡਰਾਈਵਰ ਵਜੋਂ ਨੌਕਰੀ ਕਰ ਰਹੇ ਨੌਜਵਾਨ ਗੁਰਦੇਵ ਸਿੰਘ, ਜੋ ਕਿ ਕੰਪਨੀ ਵੱਲੋਂ ਛੁੱਟੀ ਨਾ ਦਿੱਤੇ ਜਾਣ ਕਾਰਨ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਦੀ ਦਿਲ ਦਾ ਦੌਰਾ ਪੈਣ ਕਾਰਨ ਕਰੀਬ 16 ਦਿਨ ਪਹਿਲਾਂ ਦੁਬਈ ਵਿੱਚ ਮੌਤ ਹੋ ਗਈ ਸੀ ਦੀ ਮ੍ਰਿਤਕ ਦੇ ਆਖਰ 16 ਦਿਨ ਬਾਅਦ ਡਾਕਟਰ SP ਸਿੰਘ ਉਬਰਾਏ ਦੇ ਯਤਨਾਂ ਸਦਕਾ ਅੱਜ ਉਸ ਦੇ ਜੱਦੀ ਪਿੰਡ ਤਲਵੰਡੀ ਮੱਲੀਆਂ ਵਿਖੇ ਪਹੁੰਚੀ ਹੈ, ਜਿੱਥੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਧਾਰਮਿਕ ਰੀਤੀ ਰਿਵਾਜ਼ਾਂ ਮੁਤਾਬਿਕ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਹ ਹੋਇਆ ਜੀ, ਇਹਨੂੰ 22 ਸਾਲ ਹੋ ਗਏ ਸੀ ਬਾਹਰ ਡਰਾਈਵਰੀ ਕਰਦੇ ਨੂੰ, 3 ਸਾਲ ਇਹਨੇ ਲੇਬਰ 'ਚ ਕੰਮ ਕੀਤਾ ਸੀਗਾ ਤੇ ਹੁਣ 22 ਸਾਲਾਂ ਦੇ ਵਿੱਚ ਇਹ ਸਾਲ ਦੇ ਵਿੱਚ ਮਹੀਨੇ ਦੀ 2 ਮਹੀਨੇ ਦੀ ਛੁੱਟੀ ਦਿੰਦੇ ਸੀ, ਆ ਜਾਂਦਾ ਸੀਗਾ ਜੀ।
ਅੱਛਾ ਜੀ। ਹੁਣ ਇਹਨੂੰ 10 ਮਹੀਨੇ ਹੋ ਗਏ ਸੀ ਗਏ ਨੂੰ ਉੱਥੇ ਕਿ ਥੋੜੀ ਜਿਹੀ ਦੀ ਪਹਿਲਾਂ ਪ੍ਰੋਬਲਮ ਸੀਗੀ ਤੇ ਹੁਣ 10 ਮਹੀਨੇ ਵਧੀਆ ਗੱਡੀ ਚਲਾਈ ਆ। ਇਹਦੀ ਹੁਣ ਜ਼ਿਆਦਾ ਥੋੜੀ ਸਿਹਤ ਨਹੀਂ ਠੀਕ ਹੋਣ ਕਰਕੇ ਮਤਲਬ ਗੱਡੀ ਨਹੀਂ ਚੱਲਦੀ ਸੀ ਇਹ ਤੋਂ। ਇਹਨੇ ਫਿਰ ਘਰੇ ਆਪਣੇ ਸੰਪਰਕ ਕੀਤਾ ਘਰ ਵਾਲੀ ਨਾਲ, ਮਨਪ੍ਰੀਤ ਕੌਰ ਨਾਲ, ਮੇਰੀ ਭਰਜਾਈ ਨਾਲ, ਤੇ ਮੈਨੂੰ ਡਿਊਟੀ ਦੇ ਦੌਰਾਨ ਦੱਸਦਾ ਇਹ ਵੀ ਮੇਰੇ ਤੋਂ ਵੀਰੇ ਗੱਡੀ ਨਹੀਂ ਚੱਲਦੀ ਹੁਣ, ਵੀ ਮੈਂ ਕੀ ਕਰਾਂ। ਮੈਂ ਕਿਹਾ ਵੀ ਤੂੰ ਟਿਕਟ ਕੈਂਸਲ ਕਰਵਾ ਦੇ, ਕੈਂਸਲ ਕਰਵਾ ਕੇ ਜਾਂ ਤੂੰ ਆਪਣੀ ਛੁੱਟੀ ਆ ਇਹਨਾਂ ਤੋਂ ਮੰਗ ਲਾ ਕੰਪਨੀ ਵਾਲਿਆਂ ਤੋਂ। ਤੇ ਕਹਿੰਦਾ ਵੀਰੇ ਮੈਨੂੰ ਛੁੱਟੀ ਨਹੀਂ ਦਿੰਦੇ ਇਹ, ਮੈਨੂੰ ਹਫਤਾ ਹੋ ਗਿਆ ਨੀਂਦ ਨਹੀਂ ਆਉਂਦੀ ਗੀ। ਅੱਛਾ। ਤੇ ਮੈਨੂੰ ਕਹਿੰਦੇ ਵੀ ਮੈਂ ਕਿਹਾ ਤੂੰ ਕੰਪਨੀ ਦੇ ਵਿੱਚ ਜਾ, ਕੰਪਨੀ 'ਚ ਜਾ ਕੇ ਬੈਠ ਜਾ, ਉੱਥੇ ਜਾ ਕੇ ਕੰਪਨੀ ਦਾ ਕੋਈ ਵੀ ਬੰਦਾ ਹੋਊਗਾ ਮੇਰੇ ਨਾਲ ਗੱਲ ਕਰਾ ਦੀ। ਉੱਥੇ ਰਿਆਜ਼ ਕੰਪਨੀ ਦਾ ਜਿਹੜਾ HR ਆ ਛੋਟਾ ਜੀ। ਅੱਛਾ। ਤੇ ਉਹਨੇ ਫਿਰ ਮੇਰੇ ਬ੍ਰਦਰ ਨੇ ਗੱਲ ਕਰਾਈ, ਕਹਿੰਦਾ ਮੇਰੇ ਭਰਾ ਨਾਲ ਗੱਲ ਕਰ ਲਾ ਜਗਦੇਵ ਨਾਲ। ਉਹਨੇ ਮੇਰੇ ਨਾਲ ਗੱਲ ਕਰਾਈ ਤੇ ਮੈਂ ਉਹਨੂੰ ਕਿਹਾ ਵੀ ਇੱਦਾਂ ਕਰਕੇ ਵੀ ਇਹਨੂੰ ਛੁੱਟੀ ਦੇ ਦਿਓ, ਇਹਨੂੰ ਨੀਂਦ ਨਹੀਂ ਆਉਂਦੀ ਕਮਰੇ ਦੇ ਵਿੱਚ, ਕਿੰਨੇ ਦਿਨ ਹੋ ਗਏ ਇਹਨੂੰ ਸੌਂਦਾ ਨਹੀਂ ਆ, ਬਹਿ ਕੇ ਰਾਤ ਕੱਟਦਾ ਇਹ ਮਾੜੀ ਚੀੜੀ। ਤਾਂ 22 ਸਾਲ ਪਹਿਲਾਂ ਤੁਹਾਡੀ ਡਰਾਈਵਰੀ ਕੀਤੀ ਆ, ਵੀ ਜੇ ਜ਼ਿਆਦਾ ਕਰਕੇ ਇਹਦਾ ਹੱਥ ਕੰਮਦੇ ਗੱਡੀ ਚਲਾਉਂਦੇ ਤੇ ਗੱਡੀ ਚਲਾਉਂਦਾ ਵਾ, ਜਦੋਂ ਕਹਿੰਦਾ ਜਾਂਦਾ ਵਾ ਇਹ ਕਹਿੰਦਾ ਗੱਡੀਆਂ ਵਾਲੇ ਹਾਰਨ ਮਾਰਨ ਆਉਂਦੇ ਪਿੱਛੇ ਵੀ ਬੰਦਾ ਕੀ ਕਰਦਾ ਜਾਂਦਾ ਵਾ, ਵੀ ਉਹ ਕਹਿੰਦਾ ਵੀ ਮੇਥੋਂ ਕਿਸੇ ਦੇ ਵਿੱਚ ਵੱਜ ਜੂ। ਇਹਨਾਂ ਨੇ ਬਹੁਤ ਰਿਕੁਐਸਟ ਕੀਤੀ ਕੰਪਨੀ ਦੀ ਵੀ ਐਂ ਕਰਕੇ ਵੀ ਬਾਈ ਮੈਨੂੰ ਵਾਪਸ ਕਰ ਦਿਓ ਤੁਸੀਂ, ਮੇਥੋਂ ਗੱਡੀ ਨਹੀਂ ਚੱਲਦੀ। ਇਹਦਾ ਪਾਸਪੋਰਟ ਵੀ ਉਹਨਾਂ ਦੇ ਕੋਲ ਸੀ, ਕੰਪਨੀ ਦੇ ਕੋਲ ਹੀ ਸੀਗਾ, ਤੇ ਇਹਦੀ ID ਵੀ ਕਹਿੰਦਾ ਉਹਨਾਂ ਦੇ ਕੋਲ ਹੀ ਸੀ। ਇੱਕ ਕਹਿੰਦਾ ਵੀ ਮੇਥੋਂ ਇਲੈਕਟ੍ਰੀਸ਼ਨ ਦਾ ਕੋਈ ਸਰਟੀਫਿਕੇਟ ਉਹ 'ਤੇ ਸਾਈਨ ਕਰਵਾ ਲਿਆ। ਤੇ ਮੈਨੂੰ ਕਹਿੰਦੇ ਤੁਸੀਂ ਜਾਓ ਕਮਰੇ ਦੇ ਵਿੱਚ ਆਰਾਮ ਕਰੋ, ਛੁੱਟੀਆਂ ਆ ਗਈਆਂ ਹੁਣ, ਅਫਸਰ ਛੁੱਟੀ 'ਤੇ ਗਿਆ ਹੋਇਆ ਵਾ, 5-6 ਦਿਨ ਤਾਂ ਆਈ ਨਗਾ ਤੇ ਛੁੱਟੀਆਂ 'ਤੇ ਕਰਦੇ ਨੇ। ਫਿਰ ਮੈਨੂੰ ਫੋਨ ਕਰਦਾ, ਕਿਤੇ ਆਪਣੀ ਘਰ ਵਾਲੀ ਨੂੰ ਕਰਦਾ ਫੋਨ। ਤੇ ਮੈਨੂੰ ਜਦੋਂ ਇਹਨਾਂ ਨੇ ਫੋਨ ਕੀਤਾ ਮੈਂ ਕਿਹਾ ਜੀ ਮੇਰੀ ਗੱਲ ਕਰਾ ਦਿਓ ਕਿਸੇ ਬੰਦੇ ਨਾਲ ਜਾ ਕੇ, ਕੰਪਨੀ ਦੇ ਵਿੱਚ ਬਹਿ ਜਾ ਉਹਨਾਂ ਦੇ ਸਰਾਣੇ ਜਾ ਕੇ। ਉਹਨੇ ਮੇਰੇ ਨਾਲ ਗੱਲ ਕੀਤੀ, ਕਹਿੰਦਾ ਮੇਰੇ ਭਰਾ ਨਾਲ ਗੱਲ ਕਰਤੀ। ਜਦੋਂ ਮੈਂ ਉਹਦੇ ਨਾਲ ਗੱਲ ਕੀਤੀ ਤੇ ਮੈਂ ਰਿਆਜ਼ HR ਨੂੰ ਦੱਸਿਆ, ਮੈਂ ਕਿਹਾ ਵੀ ਇਹ ਬਹੁਤ ਟੈਨਸ਼ਨ ਦੇ ਵਿੱਚ ਆ, ਇਹ ਨਾਲੇ ਤੁਸੀਂ ਟੈਨਸ਼ਨ 'ਚ ਪੈ ਜਾਓਗੇ, ਨਾਲੇ ਅਸੀਂ ਤਾਂ ਹੈਗੇ ਆ ਵੀ ਇਹਨੂੰ ਜਿੱਦਾਂ ਵੀ ਮਰਜ਼ੀ ਆ, ਜਦੋਂ ਮੈਂ ਕਹਿ ਰਿਹਾ ਵੀ ਇਹਨੂੰ ਛੁੱਟੀ ਭੇਜ ਦੇ ਮੈਨੂੰ। ਬਸ ਉਹਨਾਂ ਨੇ ਕੋਈ ਨਹੀਂ ਗੱਲ ਸੁਣੀ ਵੀ ਭੇਜਦੇ ਆ, ਕਹਿੰਦੇ ਕਾਗਜ਼ ਗਏ ਹੋਏ ਆ ਕੈਂਸਲ ਹੋਣ ਵਾਸਤੇ ਜਾਂ ਛੁੱਟੀ ਦੀ ਮਨਜ਼ੂਰ ਨਹੀਂ, ਅਫਸਰ ਆਉਣਗੇ ਤਾਂ ਫਿਰ ਤੁਹਾਨੂੰ ਦੱਸਾਂਗੇ। ਫਿਰ ਉਹਨੇ ਫਿਰ ਆਪਣੇ ਕਮਰੇ ਦੇ ਵਿੱਚ ਹੀ ਆਪਣੀ ਉੱਥੇ ਪਤਾ ਨਹੀਂ ਅਟੈਕ ਹੋਇਆ, ਰੱਬ ਜਾਣੇ ਕੀ ਹੋਇਆ, ਉੱਥੇ ਹੀ ਆਪਣਾ ਉਹ ਡੈਥ ਹੋ ਗਈ ਉਹਦੀ। ਤੇ ਫਿਰ ਕਿੰਨੇ ਦਿਨਾਂ ਬਾਅਦ ਇਹਨਾਂ ਦੀ ਡੈੱਡ ਬੋਡੀ ਆਈ ਅੱਜ? ਇਹਨਾਂ ਦੀ ਆਈ ਆ ਜੀ 14-15 ਦਿਨਾਂ ਬਾਅਦ ਆਈ ਆ ਜੀ। ਉਦੋਂ ਬਾਅਦ ਕਿਹਨੇ ਤੁਹਾਡੀ ਹੈਲਪ ਕੀਤੀ ਇਹਦੇ ਵਿੱਚ? ਸਾਡੀ ਹੈਲਪ ਕੀਤੀ ਹੈ ਜੀ ਮੈਂ ਪਹਿਲਾਂ ਤਾਂ ਮੈਂ ਬੇਨਤੀ ਉਹਨਾਂ ਨੂੰ ਕਰਦੇ ਰਿਹਾ ਜੀ, ਉਹਨਾਂ ਦੇ ਅਫਸਰਾਂ ਨੂੰ ਵੀ ਇਹ ਹੁਣ ਵੱਡੀ ਇਹਦੀ ਭੇਜ ਦਿਓ ਤੁਸੀਂ, ਵੀ ਆਹ ਕੰਮ ਕਰ ਲਿਆ ਤੁਹਾਨੂੰ ਜਦੋਂ ਮੈਂ ਪਹਿਲਾਂ ਕਿਹਾ ਸੀਗਾ ਵੀ ਇਹਨੂੰ ਭੇਜ ਦਿਓ, ਤੁਸੀਂ ਮੇਰੀ ਵੀ ਨਹੀਂ ਗੱਲ ਸੁਣੀ ਗੀ। ਘਰ ਵਾਲੀ ਨੂੰ ਬੱਚਿਆਂ ਨਾਲ ਵੀਡੀਓ ਕਾਲ ਤੇ ਗੱਲ ਕਰਤਾ ਜੀ ਦਿਨ ਪਰ ਰਾਤ, ਮੈਨੂੰ ਭੇਜਦੇ ਨਹੀਂ। ਫਿਰ ਉਹਨਾਂ ਨੂੰ ਵੀ ਇਹਨਾਂ ਨੇ ਕਿਹਾ ਵੀ ਤੁਸੀਂ ਬਾਹਰ ਗੇੜਾ ਕੱਢ ਲਓ ਕਿਤੇ ਕਿ ਮੁੰਡੇ ਕੋਲ ਚੱਲ ਜਾਓ ਜੇ ਨਹੀਂ ਦਿਲ ਲੱਗਦਾ ਤਾਂ। ਕੋਈ ਕਹਿੰਦਾ ਵੀ ਮੇਰੀ ਨੀਂਦ ਨਹੀਂ ਆਉਂਦੀ, ਕਹਿੰਦਾ ਮੈਂ ਬਹਿ ਕੇ 8-10 ਦਿਨ ਹੋ ਗਏ ਨੀਂਦ ਬੈਠਾ ਹੀ ਰਹਿਣਾ, ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਕਮਰੇ ਦੇ ਵਿੱਚ। ਮੋਗਾ ਵਿੱਚ ਕਾਂਗਰਸ ਪਾਰਟੀ ਦੀ ਉਮੀਦਵਾਰ ਮਾਲਕਾ ਸੂਦ ਦਾ ਚੋਣ ਪ੍ਰਚਾਰ ਸਿਖਰਾਂ ਵੱਲ ਜਾ ਰਿਹਾ ਹੈ ਤੇ ਲੋਕਾਂ ਦਾ ਸਮਰਥਨ ਵੀ ਮਿਲ ਰਿਹਾ ਹੈ। ਮਾਲਕਾ ਨੇ ਕਿਹਾ ਹੈ ਕਿ ਉਹ ਲੋਕਾਂ ਦੇ ਹਰ ਮਸਲੇ ਨੂੰ ਹੱਲ ਕਰਨਗੇ ਤੇ ਲੋਕਾਂ ਦੇ ਨਾਲ ਜੁੜ ਕੇ ਵੀ ਰਹਿਣਗੇ। ਮਾਲਵਿਕਾ ਨੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਬੋਲਦਿਆਂ ਕਿਹਾ ਕਿ ਇਹ ਫੈਸਲਾ ਹਾਈ ਕਮਾਨ ਦਾ ਹੈ। ਮੈਨੂੰ ਅੱਜ ਬਹੁਤ ਵਧੀਆ ਲੱਗ ਰਿਹਾ। ਸਭ ਤੋਂ ਪਹਿਲਾਂ ਮੈਂ ਥੈਂਕਸ ਕਰਨਾ ਚਾਹੂੰਗੀ ਸਰਦਾਰ ਜਗਰੂਪ ਸਿੰਘ ਜੀ ਦਾ, ਉਹਨਾਂ ਦੇ ਬੇਟੇ ਮਿੰਟੂ ਦਾ, ਔਰ ਪਿੰਨਾ ਭਾਜੀ ਔਰ ਤਮੀਜਾ ਜੀ ਔਰ ਮੇਰੇ ਜਿੰਨੀ ਸਮੂਚੀ ਕਮੇਟੀ ਹੈਗੀ ਹੈ ਕਾਂਗਰਸ ਪਾਰਟੀ। ਮੈਂ ਕਹੂੰਗੀ ਕਿ ਅੱਜ ਜਦ ਇਹ ਕਾਂਗਰਸ ਪਾਰਟੀ ਦਾ ਪਰਿਵਾਰ ਇੰਨਾ ਵੱਡਾ ਦਿਖ ਰਿਹਾ, ਮੈਂ ਕਹਿੰਦੀ ਹਾਂ ਕਿ ਜਿਹੜੇ ਲੋਕਾਂ ਦੇ ਵਿਸ਼ਵਾਸ ਜਿਹੜਾ ਕਾਂਗਰਸ ਪਾਰਟੀ ਦੇ ਪ੍ਰਤੀ ਹੈਗਾ ਇੰਨਾ ਪੋਜ਼ਿਟਿਵ ਹੈ, ਔਰ ਮੋਗੇ ਸ਼ਹਿਰ ਦੇ ਵਿੱਚ ਜਿਹੜੀ ਲਹਿਰ ਹੈ ਕਾਂਗਰਸ ਪਾਰਟੀ ਦੀ ਇੰਨੀ ਪੋਜ਼ਿਟਿਵ ਹੈਗੀ ਹੈ। ਇੱਥੋਂ ਪਤਾ ਲੱਗਦਾ ਹੈ ਕਿ ਕਾਂਗਰਸ ਪਾਰਟੀ ਕਿੰਨੀ ਸਟਰੋਂਗ ਪਾਰਟੀ ਔਰ ਕਿੰਨਾ ਲੋਕਾਂ ਦਾ ਵਿਸ਼ਵਾਸ ਇਸ ਪਾਰਟੀ ਦੀ ਹੈ। ਬਿਲਕੁਲ ਉਹ ਵੀ ਆ ਜਾਣਗੇ ਜੀ, ਨਾਲ ਹੀ ਉਹ ਹੈਗੇ। ਮੈਂ ਚਾਹੁੰਦੀ ਹਾਂ ਕਿ ਜਿੰਨਾ ਵੀ ਮੇਰਾ ਮੀਡੀਆ ਟੀਮ ਹੈ ਐਵੇਂ ਸਾਨੂੰ ਵਾਰੀ ਮਿਲਦਾ ਰਹੇ। ਅੱਜ ਅਸੀਂ ਤੁਹਾਡੇ ਸਾਹਮਣੇ ਆਪਣੀ ਇਹ ਫੈਮਿਲੀ ਲੈ ਕੇ ਆਏ ਹਾਂ, ਉਸ ਤੋਂ ਬਾਅਦ ਅਸੀਂ ਜਿਹੜੀ ਸਾਡੀ ਸਰਪੰਚਾਂ ਦੀ ਫੈਮਿਲੀ ਉਹ ਤੁਹਾਡੇ ਨਾਲ ਰੂਬਰੂ ਕਰਾਵਾਂਗੇ। ਬਿਲਕੁਲ ਦੇਖੋ, ਹਰ ਕਿਸੇ ਨੂੰ ਇਹ ਹੱਕ ਹੈਗਾ ਕਿ ਉਹ ਐਜ਼ ਏ ਕੈਂਡੀਡੇਟ ਆਪਣਾ ਜ਼ਰੂਰ ਐਪਲੀਕੇਸ਼ਨ ਦੇਣ। ਕੱਲ੍ਹ ਨੂੰ ਜੇ ਇਹਨਾਂ ਨੂੰ ਟਿਕਟ ਮਿਲਦੀ ਹੈ, ਕਿਸੇ ਹੋਰ ਨੂੰ ਵੀ ਟਿਕਟ ਮਿਲਦੀ, ਅਸੀਂ ਕਾਂਗਰਸ ਫੈਮਿਲੀ ਤੋਂ ਅਸੀਂ ਜ਼ਰੂਰ ਇੱਕ ਦੂਜੇ ਦਾ ਸਪੋਰਟ ਕਰਦੇ। ਇੱਥੋਂ ਹੀ ਪਤਾ ਲੱਗਦਾ ਹੈ ਕਿ ਤੁਹਾਡਾ ਕਿੰਨਾ ਤੁਸੀਂ ਹੈਗੇ ਹੋ ਪੋਜ਼ਿਟਿਵ ਆਪਣੀ ਫੈਮਿਲੀ ਦੇ ਪ੍ਰਤੀ। ਤੇ ਮੈਨੂੰ ਲੱਗਦਾ ਸਾਰਾ ਪਰਿਵਾਰ ਜਿੰਨਾ ਅੱਜ ਤੁਸੀਂ ਦੇਖ ਰਹੇ ਹੋ ਇਹ ਕਾਂਗਰਸ ਫੈਮਿਲੀ ਦਾ ਟਿਕਟ ਮੈਨੂੰ ਇਕੱਲਿਆਂ ਨੂੰ ਨਹੀਂ ਸਾਰਿਆਂ ਨੂੰ ਮਿਲੀ, ਔਰ ਵਾਰੀ ਕਹਿੰਦੇ ਕਿ ਮੋਗੇ ਦੇ ਹਰ ਇੱਕ ਇਨਸਾਨ ਦੀ ਇਤਕੀ ਵਾਰੀ ਆਈ। ਦੇਖੋ ਚੰਨੀ ਸਾਹਿਬ ਨੇ ਜੋ ਕੰਮ ਕੀਤਾ ਬਹੁਤ ਅੱਛਾ ਕੀਤਾ। ਇਹ ਹਾਈ ਕਮਾਂਡ ਦੇ ਡਿਸੀਜਨ ਹੋਵਾਂਗੇ, ਉਹ ਜਿਨ੍ਹਾਂ ਨੂੰ ਵੀ ਮੁੱਖ ਮੰਤਰੀ ਬਣਾਵਾਂਗੇ ਬਿਲਕੁਲ ਸੋਚ ਸਮਝ ਕੇ ਬਣਾਵਾਂਗੇ, ਔਰ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਡਿਊ ਹੈਗਾ ਸਾਡੇ ਪੰਜਾਬ ਹਲਕੇ ਦਾ ਜ਼ਰੂਰ ਅਸੀਂ ਕੋਸ਼ਿਸ਼ ਕਰਾਂਗੇ ਉਹ ਪੂਰਾ ਕਰੀਏ। ਮੋਹਾਲੀ ਦੇ ਜਿਮ ਅਤੇ ਫਿਟਨੈਸ ਸੈਂਟਰਾਂ ਦੇ ਮਾਲਕਾਂ, ਟ੍ਰੇਨਰਾਂ ਤੇ ਬਾਕੀ ਸਟਾਫ ਵੱਲੋਂ ਗ੍ਰੇਟਰ ਪੰਜਾਬ ਜਿਮ ਐਸੋਸੀਏਸ਼ਨ ਦੇ ਬੈਨਰ ਹੇਠ ਪ੍ਰਸ਼ਾਸਨ ਵੱਲੋਂ ਜਿਮ ਅਤੇ ਫਿਟਨੈਸ ਸੈਂਟਰਾਂ ਨੂੰ ਬੰਦ ਰੱਖਣ ਦੇ ਹੁਕਮਾਂ ਦੇ ਖਿਲਾਫ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਧਰਨਾ ਦਿੰਦਿਆਂ ਸੜਕ ਜਾਮ ਕਰ ਦਿੱਤੀ ਗਈ। ਇਸ ਮੌਕੇ ਹਲਕਾ ਵਿਧਾਇਕ ਬਲਵੀਰ ਸਿੰਘ ਸਿੱਧੂ ਨੇ ਮੌਕੇ ਤੇ ਪਹੁੰਚ ਕੇ ਮਸਲਾ ਹੱਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਨਾਲ ਫੋਨ ਤੇ ਗੱਲਬਾਤ ਕੀਤੀ, ਪਰ ਧਰਨਾਕਾਰੀ
ਜਿਮ ਅਤੇ ਫਿਟਨੈਸ सेंटर खोलने की इजाजत देने की मांग ते अड़े रहे। मेरा नाम अभिषेक है और मेरे जिम्स है मोहाली चंडीगढ़ में। आज जो आप प्रोटेस्ट देख रहे हैं, ये कह लो तुसी पूरे पंजाब नाल लोग साडे नाल जुड़े है। पूरी ट्राई सिटी दे इत्थे जिम ओनर ट्रेनर ਜਿਹੜੇ कि बहुत परेशान है, क्योंकि अज तीजी वारी साडे जिम नाल धक्का होया। हर वारी ये जिम बंद कर दिंदे जिहदे पिछे कोई लॉजिक नहीं है। पहले लॉकडाउन दा असीं समझदे हां, पहले लॉकडाउन 'ਚ किसी नूं कुछ नहीं पता सी, वो प्रिकॉशन लिੱਤੀ गई सी। सानूं 6 महीने ਦਾ ਨੁਕਸਾਨ ਹੋਇਆ, ਅਸੀਂ ਹਜੇ ਉਹਦੇ ਤੋਂ ਰਿਕਵਰ ਨਹੀਂ ਕਰ ਪਾਏ। ਸੈਕਿੰਡ ਜਿਹੜੀ ਵੇਵ ਆਈ ਉਹ ਬਹੁਤ ਸਟਰੋਂਗ ਸੀ, ਫਿਰ ਅਸੀਂ 2 ਮਹੀਨੇ ਦਾ ਨੁਕਸਾਨ ਝੱਲਿਆ, ਉਸ ਤੋਂ ਵੀ ਹਜੇ ਰਿਕਵਰੀ ਨਹੀਂ ਹੋਈ। ਬਟ ਹੁਣ ਇਹ ਜਿਹੜੀ ਵੇਵ ਹੈ ਇਹ ਸਾਫ਼ ਧੱਕਾ ਹੈ ਜਿਮ ਵਾਲਿਆਂ ਨਾਲ, ਕਿਉਂਕਿ ਸਭ ਕੁਝ ਖੁੱਲ੍ਹਾ ਹੈ। ਤੁਸੀਂ ਕਹ ਲਓ ਸਪਾ ਖੁੱਲੇ ਆ, ਸੈਲੂਨ ਖੁੱਲੇ ਆ, ਮਾਲ ਖੁੱਲੇ ਆ, ਸਿਨੇਮਾਸ ਖੁੱਲੇ ਆ, ਹਰ ਚੀਜ਼ ਖੁੱਲੀ ਹੈ 50% ਕੈਪੈਸਿਟੀ ਨਾਲ। ਰੈਸਟੋਰੈਂਟ ਖੁੱਲੇ ਆ, ਬਾਹਰ ਖੁੱਲੇ ਆ, ਬਟ ਜਿਮ ਕਿਉਂ ਬੰਦ ਹੈ ਇਹਦਾ ਕੋਈ ਰੀਜ਼ਨਿੰਗ ਨਹੀਂ ਸਾਨੂੰ ਦਿੱਤੀ ਜਾ ਰਹੀ। ਇੱਥੇ ਜਿੰਨੇ ਵੀ ਜਿਮ ਟ੍ਰੇਨਰ ਹੈ, ਕੋਈ 10,000 ਸੈਲਰੀ ਲੈਂਦਾ, ਕੋਈ 15,000 ਕਮਾਉਂਦਾ। ਤੁਸੀਂ ਇਹ ਨਹੀਂ ਸੋਚਿਆ ਉਹਨਾਂ ਦੇ ਪਰਿਵਾਰ ਕਿੱਦਾਂ ਚੱਲਣਗੇ, ਉਹਨਾਂ ਦੇ ਵੀ ਬੱਚੇ ਆ, ਉਹਨਾਂ ਨੇ ਵੀ ਆਪਣਾ ਘਰ ਚਲਾਉਣਾ ਹੈ। ਬਟ ਇਹਦੇ ਲਈ ਕੋਈ ਨਹੀਂ ਧਿਆਨ ਦੇ ਰਿਹਾ। ਪ੍ਰਸ਼ਾਸਨ ਕੋਲ ਅਸੀਂ ਗਏ, ਡੀਸੀ ਕੋਲ ਅਸੀਂ ਗਏ, ਸਾਡੀ ਕੋਈ ਸੁਣਵਾਈ ਨਹੀਂ ਹੋਈ। देखो जी, पॉलिटिशियन आते हैं, भरोसा दे के जाते हैं सपोर्ट का, बट बाय दी एंड डिसीजन किहड़ा प्रिंसीपल सैकरेटरी के हथ है। पंजाब का जो प्रिंसीपल सैकरेटरी है अनुराग वर्मा, उन्होंने डिसीजन लेना है। बट अज साडी आवाज़ उन्होंने तक जरूर पहुँचनी चाहिए है। तो इन्होंने सारे जिन्ना जोश है, जब तक जिम नहीं खुलते ये नहीं इत्थों जाणगे। इहदा धरना दे के बैठे हैं, क्योंकि इन्हों कोल कोई ऑप्शन ही है नहीं, इन्हों कोल कोई ऑप्शन नहीं है। ये कह लो कि इस टाइम रोटी दे तरसे हुए हैं। इस करके मीडिया के थ्रू भी मेरी यही रिक्वेस्ट है कि साडी आवाज़ उत्ते दे उत्ते लेवल तक पहुँचाई जाए। इत्ते जल्दी तो जल्दी डिसीजन आए, नहीं तो इन्नी ठंड से तुहानूं भी पता है कोई सड़क ते बह के राजी नहीं। सारे पढ़े लिखे लोग हैं, कोई सड़क ते नहीं आना चाहता। बट इन्हां दी जिहड़ी माड़ी कह लो कि इलॉजिकल कह लो कि डिसीजनस ने, ਉਹਨਾਂ ਕਰਕੇ ਸਾਨੂੰ ਮਜਬੂਰ ਹੋ ਗਿਆ ਸੜਕ ਤੇ ਆ ਕੇ ਬਹਿਣਾ ਪਿਆ ਕੰਮ ਛੱਡ ਕੇ। ਤੋਂ ਇਹਨਾਂ ਦਾ ਜਿਹੜਾ ਬਿਜ਼ਨਸ ਬੜਾ ਬੁਰੀ ਤਰ੍ਹਾਂ ਠੱਪ ਪਿਆ ਕਿ ਕਰੋਨਾ ਚਲੋ ਠੀਕ ਆ, ਮਹਾਮਾਰੀ ਹੈਗੀ ਆ, ਲੇਕਿਨ 50% ਦਾ ਪਹਿਲਾਂ ਅਲਾਓ ਕਰਤਾ ਸੀਗਾ, ਲੇਕਿਨ ਹੁਣ ਇਹਨਾਂ 8 ਵਜੇ ਤੱਕ ਮੈਂ ਅਲਾਓ ਕੀਤਾ ਹੈਗਾ। ਮੈਂ ਡੀਸੀ ਨਾਲ ਹੁਣੇ ਗੱਲ ਕਰਦਾ ਕਿ ਵੀ ਤੁਸੀਂ 8 ਵਜੇ ਤੱਕ ਕਮ ਸੇ ਕਮ ਇਹਨਾਂ ਨੂੰ ਅਲਾਓ ਕਰੋ, ਤਾਂ ਕਿ ਇਹਨਾਂ ਦੇ ਜਿਹੜੇ ਨਾਲ ਦੇਖੋ ਇਕੱਲੇ ਜਿਮ ਕਰਨ ਵਾਲੇ ਨਹੀਂ, ਜਿਹੜੇ ਉੱਥੇ ਲੱਗੇ ਹੋਏ ਵਿਚਾਰਾ ਰੁਜ਼ਗਾਰ ਜਿਹਨਾਂ ਦਾ ਉਹ ਵੀ ਨਾਲ ਖਰਾਬ ਹੋ ਰਿਹਾ ਨਾ। ਇਸ ਕਰਕੇ ਇਹਨਾਂ ਦਾ ਵੀ ਇਨਵੈਸਟਮੈਂਟ ਕਿੰਨੀ ਆ, ਸ਼ੋਰੂਮਾਂ ਦੇ ਕਿਰਾਏ ਕਿੰਨੇ ਆ, ਉਹ ਸਾਰੀ ਚੀਜ਼ਾਂ ਆਪਾਂ ਦੇਖ ਕੇ ਤਾਂ ਆਪਾਂ ਜ਼ਰੂਰ ਇਹਨੂੰ ਹੁਣੀ ਗੱਲ ਕਰ ਲਵਾਂ ਡੀਸੀ ਨਾਲ ਕੀ ਕਹਿੰਦੇ ਆ। ਪਹਿਲਾਂ ਵੀ ਕਾਫੀ ਜ਼ਿਆਦਾ ਘੱਟ ਵਿਧਾਨ ਸਭਾ ਹਲਕਾ ਨਾਭਾ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੂੰ ਵੱਡਾ ਝਟਕਾ ਲੱਗਿਆ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਨਗਰ ਕੌਂਸਲ ਨਾਭਾ ਦੇ ਸਾਬਕਾ ਪ੍ਰਧਾਨ ਨਰਿੰਦਰਜੀਤ ਸਿੰਘ ਭਾਟੀਆ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਗਰਗ ਆਦਿ ਹੋਰ ਕਾਂਗਰਸੀ ਆਗੂਆਂ ਨੂੰ ਆਪ ਵਿੱਚ ਸ਼ਾਮਲ ਕੀਤਾ ਗਿਆ। ਗੱਲ ਗਿੱਦੜਬਾਹਾ ਦੀ ਕਰਦੇ ਹਾਂ, ਜਿੱਥੇ ਸੁਖਬੀਰ ਬਾਦਲ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਸਰਦਾਰ ਹਰਦੀਪ ਸਿੰਘ ਡਿੰਪੀ ਵੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ, ਜਿੱਥੇ ਉਹਨਾਂ ਨੇ ਹਲਕੇ ਦੇ ਸਮਰਥਕਾਂ ਨੂੰ ਚੋਣਾਂ ਲਈ ਤਿਆਰ ਰਹਿਣ ਲਈ ਵੀ ਕਿਹਾ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਲਈ ਕੁਝ ਨਹੀਂ ਕੀਤਾ, ਇਸ ਲਈ ਲੋਕੀ ਇਸ ਵਾਰ ਉਹਨਾਂ ਨੂੰ ਮੂੰਹ ਨਹੀਂ ਲਗਾਉਣਗੇ। ਗਿੱਦੜਬਾਹਾ ਹਲਕੇ ਨਾਲ ਸਾਡਾ ਜਿਵੇਂ ਘਰ ਹੀ ਹੈ। ਵੱਡੇ ਬਾਦਲ ਸਾਹਿਬ ਨੇ ਆਪਣੀ ਸਿਆਸੀ ਜੀਵਨ ਇਸ ਹਲਕੇ ਤੋਂ ਸ਼ੁਰੂ ਕੀਤਾ। ਘਰ ਘਰ ਨੂੰ ਜਾਣਦੇ ਹੈ, ਘਰ ਘਰ ਨਾਲ ਰਿਸ਼ਤਾ। ਕਈ ਪਰਿਵਾਰ ਵਿਛੜ ਗਏ ਸੀ, ਫਿਰ ਤੋਂ ਹੁਣ ਜੁੜ ਰਹੇ ਹੈ। ਪਿਛਲੇ 10 ਸਾਲ ਇੱਥੇ ਕਾਂਗਰਸ ਦਾ ਇੱਕ ਹੰਕਾਰੀ ਬੰਦਾ ਇੱਥੋਂ ਜਿੱਤਿਆ, ਜਿਹਦੇ 'ਚ ਇੰਨਾ ਹੰਕਾਰ ਹੈ ਉਹ ਸੋਚਦਾ ਮੇਰੇ ਤੋਂ ਵੱਡਾ ਕੋਈ ਨਹੀਂ, ਪਰ ਡਰਪੋਕ ਵੀ ਬਹੁਤ ਵੱਡਾ ਹੈ। ਮੈਨੂੰ ਪਤਾ ਹੈ ਕਿਵੇਂ ਮੇਰੀ ਲੱਤਾਂ ਫੜਦਾ ਹੁੰਦਾ ਸੀ। ਕੋਈ ਗੱਲ ਨਹੀਂ, ਕਿੰਨੇ ਘੰਟੇ ਰਹਿ ਗਏ? 100 ਦਿਨ ਰਹਿ ਗਏ ਆਪਣਾ 28 ਦਿਨ। ਕਹਿੰਦੇ ਹੁਣ ਨਾ ਲੱਤਾਂ ਫੜੋ, ਹੁਣ ਨਾ ਲੱਤਾਂ ਫੜਾਇਓ। ਨਹੀਂ, ਹੁਣ ਤਾਂ ਮੈਂ ਜਿਹੜਾ ਫੈਸਲਾ ਕਰਨਾ ਸਣੀ ਨੂੰ ਮੇਰੀ ਲਾਤਾ ਗੱਲ ਫੜਨਾ। ਸਣੀ ਮਾਫ ਵੀ ਕਰ ਸਕਦਾ ਹੈ ਤੇ ਛੱਡ ਵੀ ਸਕਦਾ ਹੈ। ਸਣੀ ਜੋ ਮਰਜ਼ੀ ਖੁੱਲਾ ਜੁੱਤੀ ਅਮਾਨਤ ਸਣੀ ਦੀ ਹੈ। ਹੁਣ ਸਣੀ ਤੇ ਨਿਰਭਰ ਹੈ ਤੇਰਾ ਕੋਈ ਲਿਪੜੀ ਜਾਵਾਂਗੇ ਸਾਰਾ। ਮੈਨੂੰ ਲੱਗਦਾ ਸਣੀ ਨਾਲੋਂ ਨਾ ਉਹਦੇ ਬੇਟੇ ਨੂੰ ਛੱਡ ਦੇਣੀ। ਆਏ ਯਾਰ ਤੁਸੀਂ ਕੁਝ ਕਹਿ ਜਾਂਦੇ। बड़ी खुशी है कि भगवंत सिंह मान जी ਜਿਹੜੇ ਪੁਰਾਣੇ ਬਾਦਲ ਸਾਹਿਬ ਨਾਲ ਸੀ, ਬਹੁਤ ਪੁਰਾਣੇ, ਪਰ
थोड़ी देर बाद रहे, आज ये परिवार दोनों परिवार इकट्ठा हो गए। ਪੰਜਾਬ ਦੇ ਵਿੱਚ 20 ਫਰਵਰੀ 'ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਕਰੀਬ 45 ਲੱਖ ਮਾਪੇ ਨਿੱਜੀ ਸਕੂਲਾਂ ਦੇ ਅਧਿਆਪਕ, ਸਟਾਫ ਅਤੇ ਪ੍ਰਬੰਧਕ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰਨਗੇ। ਜੀ ਹਾਂ, ਇਹ ਅਸੀਂ ਨਹੀਂ ਕਹਿ ਰਹੇ, ਬਲਕਿ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਦੇ ਵੱਲੋਂ ਜਾਣਕਾਰੀ ਦਿੱਤੀ ਗਈ। ਇਸ ਨੂੰ ਲੈ ਕੇ ਸਕੂਲਾਂ ਤੇ ਮਾਪਿਆਂ ਵੱਲੋਂ ਇੱਕ ਨਾਰਾ ਵੀ ਦਿੱਤਾ ਗਿਆ, ਨੋ ਸਕੂਲ ਨੋ ਵੋਟ। ਦੇ ਵੱਲੋਂ ਕੀ ਮਸਲਾ ਹੈਗਾ ਸਾਰਾ, ਕੀ ਜਿਹੜਾ ਹੈਗਾ ਗੱਲਬਾਤ ਹੈ? ਐਕਚੁਅਲੀ ਇਸ ਤਰ੍ਹਾਂ ਹੋਇਆ ਕਿ ਪਿਛਲੇ 2 ਸਾਲ ਤੋਂ ਜਿਹੜੇ ਪੇਰੈਂਟਸ ਨੇ ਸਾਰੇ ਕਰੋਨਾ ਦਾ ਜੋ ਮਾਮਲਾ ਹੈ ਸਾਰਾ ਹੈ ਜਾਂ ਨਹੀਂ ਹੈ, ਇਹ ਸਿਲਸਿਲਾ ਨਹੀਂ ਹੈਗਾ। ਮਸਲਾ ਸਭ ਤੋਂ ਵੱਡਾ ਇਹ ਹੈ ਕਿ ਅਸੀਂ ਆਨਲਾਈਨ ਪੜ੍ਹਾਈ ਕਰਾਉਣ ਦਾ ਸਿਸਟਮ ਜਿਹੜਾ ਸੀ, ਚਾਹੇ ਸਰਕਾਰ ਵੱਲੋਂ, ਚਾਹੇ ਪ੍ਰਾਈਵੇਟ ਸਕੂਲਾਂ ਵੱਲੋਂ, ਚਾਹੇ ਕਿਸੇ ਵੀ ਸਕੂਲ ਵੱਲੋਂ, ਸਰਕਾਰੀ ਸਕੂਲਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ। ਕਾਫੀ ਹੱਦ ਤੱਕ ਕੋਆਪਰੇਟ ਕੀਤਾ, ਪੇਰੈਂਟਸ ਨੂੰ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਜਿਹੜੇ ਪੇਰੈਂਟਸ ਸੀਗੇ ਸਾਰੇ ਕਾਫੀ ਹੱਦ ਤੱਕ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਦੋਂ ਬੱਚਾ ਸਕੂਲ 'ਚ ਜਾਂਦਾ ਤਾਂ ਉਹ ਸੁਰੱਖਿਅਤ ਵੀ ਹੈ ਅਤੇ ਬਹੁਤ ਕੁਝ ਸਿੱਖ ਕੇ ਵੀ ਆਉਂਦਾ। ਚਲੋ ਪੇਰੈਂਟਸ ਨੇ ਵੀ ਸਮਝੌਤਾ ਕੀਤਾ ਉਸ ਗੱਲ ਦੇ ਨਾਲ, ਅਸੀਂ ਵੀ ਸਮਝੌਤਾ ਕੀਤਾ ਵੀ ਚਲੋ ਕੁਛ ਤਾਂ ਬੱਚੇ ਦੇ ਪੱਲੇ ਪਵੇ। ਪਰ ਜਿਹੜਾ ਹੁਣ ਮਾਮਲਾ ਹੈ ਸਾਰਾ, ਹੁਣ ਪੇਰੈਂਟਸ ਇਹ ਮਹਿਸੂਸ ਕਰ ਰਹੇ ਕਿ ਉਹ ਸੈੱਲ ਫੋਨ ਲੈ ਕੇ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਜੋ ਕੁਝ ਵੀ ਆਪਾਂ ਦੇਖਦੇ ਹਾਂ ਕਿ ਅਸੀਂ ਜੋ ਗੰਦੇ ਸਮਾਜ ਨੇ ਜੋ ਗੰਦ ਉੱਥੇ ਪਾਇਆ ਸਾਰਾ ਕੁਝ, ਉਹ ਜਿਹੜਾ ਬੱਚਾ ਹੈ ਉਹਦੀ ਸਿੱਧੀ ਪਹੁੰਚ ਉੱਥੇ ਤੱਕ ਹੋ ਗਈ ਹੈ। ਜਦੋਂ ਉਹ ਬੱਚਾ ਉਹ ਸਾਰਾ ਕੁਝ ਦੇਖਦਾ ਹੈ, ਉਹਦਾ ਬੈਡ ਇਫੈਕਟ ਹੋ ਰਿਹਾ, ਬੱਚਾ ਡਿਪਰੈਸ਼ਨ ਜਾ ਰਿਹਾ, ਬੱਚਾ ਛੇਤੀ ਅਡਲਟ ਹੋ ਰਿਹਾ, ਬੱਚਾ ਉਸ ਤੋਂ ਇਲਾਵਾ ਤੁਸੀਂ ਕਹਿ ਲਓ ਕਿ ਮਾਨਸਿਕ ਦਬਾਅ ਦੇ ਵਿੱਚ ਵੀ ਹੈ। ਔਰ ਕੁਛ ਇਹੋ ਜਿਹੀਆਂ ਅਲਾਮਤਾਂ ਨੇ ਜਿਨ੍ਹਾਂ ਨੂੰ ਅਸੀਂ ਸਮਾਜ ਦੇ 'ਚ ਅਗਲੀ ਜਨਰੇਸ਼ਨ ਨੂੰ ਮਤਲਬ ਤੁਸੀਂ ਕਹਿੰਦੇ ਸਾਂਭਣਾ ਮੁਸ਼ਕਿਲ ਹੋ ਜਾਣਾ ਇਹਨਾਂ ਨੂੰ। ਹੁਣ ਜਿਹੜੇ ਪੇਰੈਂਟਸ ਨੇ ਉਹ ਆ ਕੇ ਸਾਨੂੰ ਕੰਪੈਲ ਕਰਨਾ ਸ਼ੁਰੂ ਕੀਤਾ ਪੇਰੈਂਟਸ ਨੇ ਵੀ ਸਰ ਜੇ ਬਾਕੀ ਸਾਰਾ ਕੁਝ ਖੁੱਲ੍ਹਾ ਹੈ, ਬਾਜ਼ਾਰ ਖੁੱਲ੍ਹੇ ਨੇ, ਸਾਰਾ ਕੁਝ ਤੁਸੀਂ ਕਹਿ ਲਓ ਕਿ ਟ੍ਰੇਨਾਂ, ਬੱਸਾਂ, ਸਭ ਮਾਲ ਖੁੱਲ੍ਹੇ ਨੇ, ਸਾਰਾ ਕੁਝ ਖੁੱਲ੍ਹਾ ਹੈ, ਔਰ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਨੂੰ ਘੁਮਾਉਣ ਫਿਰਾਉਣ ਲਈ ਬਾਹਰ ਵੀ ਲੈ ਕੇ ਜਾ ਰਹੇ ਆ, ਤਾਂ ਸਕੂਲ ਕਿਉਂ ਬੰਦ ਕੀਤੇ ਗਏ ਆ? ਪੇਰੈਂਟਸ ਦੇ ਮਨ 'ਚ ਰੋਸਾ ਹੈ। ਸਾਨੂੰ ਆ ਕੇ ਰੋਜ਼ ਮਾਂ ਬਾਪ ਕਹਿ ਰਹੇ ਆ ਕਿ ਜੇ ਸਰਕਾਰਾਂ ਨੇ ਇਸ ਤਰੀਕੇ ਨਾਲ ਕਰਨਾ ਤਾਂ ਜਿਹੜੀ ਆਉਣ ਵਾਲੀ ਇਲੈਕਸ਼ਨ ਹੈ ਉਹਦੇ 'ਚ ਅਸੀਂ ਵੋਟਾਂ ਨਹੀਂ ਪਾਉਣੀਆਂ। ਕਿੰਨੀ ਕੁ ਗਿਣਤੀ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਇਹ ਫੈਸਲਾ ਲੈ ਗਿਆ ਮਾਪਿਆਂ ਦੀ? ਦੇਖੋ ਇਹ ਟੋਟਲ ਮਿਲਾ ਕੇ ਵਿੱਚੇ ਸਾਡੇ ਤੁਸੀਂ ਕਹਿ ਲਓ ਕਿ ਸਕੂਲ ਪ੍ਰਬੰਧਕ, ਵਿੱਚੇ ਸਕੂਲ ਦੇ EMPLOYEES, ਵਿੱਚੇ ਸਕੂਲ ਦੇ ਸਪਲਾਇਰਸ ਇੰਡਾਇਰੈਕਟ ਤੌਰ ਦੇ ਉੱਪਰ, ਔਰ ਦੂਸਰੀ ਗੱਲ ਕਿ ਸਾਡੇ ਜੋ ਸਕੂਲ ਦੇ ਪੇਰੈਂਟਸ ਨੇ ਸਾਰੇ, ਟੋਟਲ ਮਿਲਾ ਕੇ 45 ਲੱਖ ਦੇ ਕਰੀਬ ਗਿਣਤੀ ਬਣਦੀ ਹੈ। ਇਹ ਲੋਕ ਸਾਰੇ ਡਿਸਾਈਡ, ਪੂਰੇ ਪੰਜਾਬ ਦੀ ਗੱਲ ਕਰਾਂ ਮੈਂ ਕਿਉਂਕਿ ਜਿਹੜੀ ਸਾਡੀ ਐਸੋਸੀਏਸ਼ਨ ਹੈ ਪੂਰੇ ਪੰਜਾਬ ਦੇ ਵਿੱਚ ਹੈ। ਸਾਹ ਜਗਜੀਤ ਸਿੰਘ ਸਾਡੇ ਪ੍ਰੈਜ਼ੀਡੈਂਟ ਨੇ ਸੰਗਰੂਰ ਤੋਂ, ਸਾਹ ਜਗਜੀਤ ਸਿੰਘ ਧੂਰੀ। ਐਸੋਸੀਏਸ਼ਨ ਦਾ ਕੀ ਨਾਮ ਹੈ? ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨਸ। ਇਹਦੇ ਨਾਲ ਸਾਡੇ ਕਾਲਜਸ ਵੀ ਨੇ, ਯੂਨੀਵਰਸਿਟੀਜ਼ ਵੀ ਸਾਡੇ ਨਾਲ ਸ਼ਾਮਲ ਨੇ। ਇਹਨਾਂ ਸਾਰਿਆਂ ਦਾ ਰੈਗੂਲਰ ਇਕੱਠੇ ਹੋ ਕੇ ਫੈਸਲਾ ਹੈ ਬਿਲਕੁਲ ਇਹ। ਜਿਹੜੇ ਪੇਰੈਂਟਸ ਨੇ ਖਾਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਸਾਨੂੰ ਸਾਡੇ ਸਕੂਲ ਨਹੀਂ ਖੋਲ੍ਹੇ ਜਾਂਦੇ, ਉਹ ਬਿਲਕੁਲ ਉਸ ਤਰੀਕੇ ਨਾਲ ਜਿਸ ਤਰ੍ਹਾਂ ਬਾਕੀ ਦੇ ਹੋਰ ਸੋਸ਼ਲ ਐਸਪੈਕਟ ਖੋਲ੍ਹੇ ਗਏ ਨੇ, ਉਹਨਾਂ ਨੂੰ ਆਜ਼ਾਦੀ ਦਿੱਤੀ ਗਈ ਹੈ। ਔਰ ਥਰੂ ਆਊਟ ਵਰਲਡ ਵੀ ਕੀਤਾ ਜਾ ਰਿਹਾ, ਔਰ ਵਰਲਡ ਬੈਂਕ ਵੀ ਕਹਿ ਰਿਹਾ ਕਿ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ, ਸਕੂਲ ਦੇ ਬੱਚਿਆਂ ਨੂੰ ਕਿਉਂ ਡੱਕਿਆ ਹੋਇਆ ਘਰੇ। ਉਹ ਜਿਹੜੇ ਪੇਰੈਂਟਸ ਨੇ ਸਾਰੇ, ਕਿਉਂਕਿ ਬੜਾ ਅਵੇਅਰ ਪੇਰੈਂਟਸ ਹੈ, ਜਿਹੜਾ ਅੱਜ ਦਾ ਮਾਂ ਬਾਪ ਹੈ ਬੜਾ ਅਵੇਅਰ ਹੈ, ਉਹ ਮਾਂ ਬਾਪ ਸਾਨੂੰ ਆ ਕੇ ਕਹਿ ਰਿਹਾ ਵੀ ਤੁਸੀਂ ਕਿਉਂ ਨਹੀਂ ਉੱਦਮ ਕਰ ਰਹੇ, ਤੁਸੀਂ ਕਿਉਂ ਨਹੀਂ ਕਹਿ ਰਹੇ ਸਕੂਲ ਖੋਲ੍ਹਣ ਦੇ ਬਾਰੇ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਪੇਰੈਂਟਸ ਦੇ ਬਿਹਾਫ ਦੇ ਉੱਪਰ ਕਿ ਸਕੂਲ ਖੋਲ੍ਹ ਦਿਓ ਰੱਬ ਦੇ ਵਾਸਤੇ, ਤਾਂ ਕਿ ਜਿਹੜੇ ਪੇਰੈਂਟਸ ਨੇ ਸਾਰੇ ਆਪਣੇ ਤਰੀਕੇ ਨਾਲ ਜੋ ਇਹ ਚਾਹੁੰਦੇ ਨੇ ਆਪਣੇ ਵੋਟ ਦਾ ਇਸਤੇਮਾਲ ਕਰਨ। ਕਿਤੇ ਇਹ ਨਾ ਹੋਵੇ ਕਿ ਪੇਰੈਂਟਸ ਗੁੱਸੇ 'ਚ ਆ ਕੇ ਆਪਣੇ ਤੁਹਾਡੇ ਕਿਸੇ ਪੋਲੀਟੀਕਲ ਪਾਰਟੀ ਦੇ ਪ੍ਰਤੀ ਆਪਣੇ ਵੋਟ ਦਾ ਇਸਤੇਮਾਲ ਨਾ ਕਰਨ, ਇਹ ਮਾੜੀ ਗੱਲ ਹੋਏਗੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਦਿੱਲੀ ਵਿੱਚ ਕੋਵਿਡ ਦੇ ਮਾਮਲੇ ਘਟੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਫੈਸਲੇ ਵੀ ਲਏ ਹਨ। ਹੁਣ ਵੀਕਐਂਡ ਕਰਫਿਊ ਹਟਾ ਦਿੱਤਾ ਜਾਵੇਗਾ। ਪ੍ਰਾਈਵੇਟ ਸੈਕਟਰ 50% ਸਮਰੱਥਾ ਨਾਲ ਕੰਮ ਕਰੇਗਾ। ਬਾਜ਼ਾਰਾਂ ਵਿੱਚ ਦੁਕਾਨਾਂ ਲਈ ਬਣਾਏ ਗਏ ਓਡ-ਈਵਨ ਨਿਯਮ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ। ਸਿਸੋਦੀਆ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਇਜਾਜ਼ਤ ਲਈ ਉਪ ਰਾਜਪਾਲ ਨੂੰ ਵੀ ਪੱਤਰ ਭੇਜਿਆ ਹੈ। ਜਿਵੇਂ ਹੀ ਉਪ ਰਾਜਪਾਲ ਤੋਂ ਮਨਜ਼ੂਰੀ ਮਿਲੇਗੀ, ਇਸ ਨੂੰ ਦਿੱਲੀ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਪਠਾਨਕੋਟ ਵਿੱਚ ਅੱਜ ਫਿਰ ਕਰੋਨਾ ਦਾ ਬਲਾਸਟ ਹੋਇਆ। ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਮੁਤਾਬਿਕ 173 ਨਵੇਂ ਕਰੋਨਾ ਦੇ ਕੇਸ ਸਾਹਮਣੇ ਆਏ ਤੇ ਇੱਕ ਮਰੀਜ਼ ਦੀ ਮੌਤ ਹੋ ਗਈ, ਜਿਸ ਨਾਲ ਜ਼ਿਲ੍ਹਾ ਪਠਾਨਕੋਟ ਵਿੱਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1064 ਹੋ ਗਈ ਹੈ। ਬਟਾਲੇ ਦੇ ਨੇੜਲੇ ਪਿੰਡ ਧਾਰੀਵਾਲ ਭੋਜਾ ਵਿਖੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਿਨ ਦਿਹਾੜੇ ਅਗਨ ਭੇਂਟ ਹੋ ਗਏ, ਜਿਸ ਕਾਰਨ ਪਿੰਡ ਵਾਸੀਆਂ ਅਤੇ ਇਲਾਕੇ ਦੀ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵੀਰਵਾਰ ਦੀ ਸ਼ਾਮ ਨੂੰ ਜਦੋਂ ਪਿੰਡ ਦੀ ਹੀ ਇੱਕ ਬੀਬੀ ਸੁਖਚੈਨ ਕੌਰ ਪਤਨੀ ਦਲਵਿੰਦਰ ਸਿੰਘ ਜੋ ਰਹਿਰਾਸ ਸਾਹਿਬ ਕਰਨ ਲਈ ਗੁਰਦੁਆਰਾ ਸਾਹਿਬ ਪਹੁੰਚੀ ਤਾਂ ਜਦੋਂ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਹਾਲ ਦੇ ਅੰਦਰ ਹਿੱਸਾ ਦੇਖਿਆ ਤਾਂ ਗੁਰਦੁਆਰਾ ਸਾਹਿਬ ਅੰਦਰ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਂਟ ਹੋ ਚੁੱਕਿਆ ਸੀ। ਕੱਲ ਸ਼ਾਮੀ ਸਾਨੂੰ 6:30 ਵਜੇ ਫੋਨ ਆਇਆ ਸੀ ਕਿ ਇਹ ਘਟਨਾ ਹੋ ਗਈ ਆ ਧਾਰੀਵਾਲ ਭੋਜਾ ਦੇ ਵਿੱਚ। 6:30 ਵਜੇ ਸਾਨੂੰ ਫੋਨ ਆਇਆ, 7 ਵਜੇ ਅਸੀਂ ਸਾਰੇ ਜਾਣੇ ਇੱਥੇ ਪਹੁੰਚ ਗਏ ਹਾਂ
ਗੁਰਦੁਆਰਾ ਬੁਰ ਸਾਹਿਬ ਤੋਂ ਨਾਲ ਮੇਰੇ ਪ੍ਰਚਾਰਕ ਸਿੰਘ ਸੀ ਵੀਰ, ਜਿੱਥੇ ਜਿੱਥੇ ਵੀ ਹੈਗੇ ਸੀ ਆਪਣੇ ਘਰਾਂ ਤੋਂ ਦੂਰ ਦੂਰ ਸਾਰੇ 7 ਵਜੇ ਤੱਕ ਇੱਥੇ ਪਹੁੰਚੇ। ਅਸੀਂ ਆ ਕੇ ਵੇਖਿਆ ਨਗਰ ਦੀ ਸੰਗਤ ਸਾਰੀ ਇਕੱਠੀ ਹੋਈ ਸੀ। ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਪੂਰੀ ਤਰ੍ਹਾਂ ਅਗਨ ਭੇਟ ਹੋ ਗਏ ਸੀ। ਪੀੜਾ, ਚੌਰ ਸਾਹਿਬ ਨਾਲ ਗੁਟਕੇ ਵੀ ਸੀ 3-4 ਤੇ ਬਹੁਤ ਭਿਆਨਕ ਅੱਗ ਲੱਗੀ ਸੀ। ਅਸੀਂ ਇਹਨਾਂ ਨੂੰ ਆ ਕੇ ਆਉਂਦਿਆਂ ਪੁੱਛਿਆ ਵੀ ਇਹ ਕਿਵੇਂ ਹੋਇਆ। ਇੱਥੇ ਗ੍ਰੰਥੀ ਸਿੰਘ ਨਹੀਂ ਕੋਈ ਵੀ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ, ਆਪ ਹੀ ਸਾਰੀ ਨਗਰ ਸੰਗਤ ਪ੍ਰੇਮੀ ਇਕੱਠੇ ਹੋ ਕੇ ਸਵੇਰੇ ਸ਼ਾਮ ਮਰਜ਼ਾਦਾ ਨਿਭਾਉਂਦੇ ਆ। ਸਵੇਰੇ ਮਰਜ਼ਾਦਾ ਨਿਭਾ ਕੇ ਜਦੋਂ ਚਲੇ ਗਏ ਆ ਤੇ ਜਿੰਦਾ ਬੰਦ ਸੀ। ਇਹਨਾਂ ਦੇ ਕਹਿਣ ਮੁਤਾਬਕ ਜਦੋਂ ਅਸੀਂ ਕੋਈ 5:15 ਦੁਬਾਰਾ ਰਹਿ ਰਸ ਦੀ ਸੇਵਾ ਕਰਨ ਵਾਸਤੇ ਆਏ ਆ, ਬਾਣੀ ਪੜ੍ਹਨ ਵਾਸਤੇ, ਆਉਂਦਿਆਂ ਨੂੰ ਸਾਰੀ ਅਗਨ ਭੇਟ ਹੋ ਕੇ ਤੇ ਉਹ ਬੁੱਝ ਚੁੱਕਾ ਸੀ। ਇਹਨਾਂ ਨੇ ਬਲਦੀ ਅੱਗ ਵੀ ਨਹੀਂ ਵੇਖੀ, ਕਿਸੇ ਨੂੰ ਧੂੰਆਂ ਦੇਣੇ ਕਿਸੇ ਨੂੰ ਪਤਾ ਨਹੀਂ ਲੱਗਾ। ਫਿਰ ਅਸੀਂ ਆ ਕੇ ਵੇਖਿਆ ਥੜੇ ਤੇ ਇੱਕ ਹੀਟਰ ਸੀ। ਅਸੀਂ ਸਮਝਦੇ ਹਾਂ ਵੀ ਉਹ ਤੋਂ ਸ਼ਾਰਟ ਸਰਕਟ ਹੋ ਗਿਆ, ਉਹ ਚੱਲਦਾ ਰਹਿ ਗਿਆ ਕਿਤੇ ਨਾ। ਬਸ ਇਸ ਤਰ੍ਹਾਂ ਅਸੀਂ ਵੇਖਿਆ। ਜੋ ਉਸ ਤੋਂ ਬਾਅਦ ਫਿਰ ਆਣ ਕੇ ਕੁਛ ਵੀ ਹੱਥ ਪੱਲੇ ਪੈਣ ਵਾਲੀ ਗੱਲ ਨਹੀਂ ਸੀ। ਸੁੱਖ ਆਸਣ ਸਾਹਿਬ ਦੇ ਵਿੱਚ 3 ਮਹਾਰਾਜ ਦੇ ਸਰੂਪ ਸੀ, ਉਹ ਸੁਰੱਖਿਅਤ ਸੀ। ਅਸੀਂ ਆਣ ਕੇ ਉਹਨਾਂ ਦਾ ਦਰਸ਼ਨ ਕੀਤਾ। ਹੁਣ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਦੂਸਰੇ ਗੁਰਦੁਆਰਾ ਸਾਹਿਬ ਵਿੱਚ ਉਹ ਸੁਸ਼ੋਭਿਤ ਕਰ ਦਿੱਤੇ ਗਏ ਨੇ। ਜਿੰਨਾ ਚਿਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਗਲਾ ਹੁਕਮ ਨਹੀਂ ਆਏਗਾ, ਇਸ ਗੁਰਦੁਆਰਾ ਸਾਹਿਬ ਵਿੱਚ ਮਹਾਰਾਜ ਦਾ ਪ੍ਰਕਾਸ਼ ਨਹੀਂ ਹੋਏਗਾ। ਜਿਹੜੀ ਗੁਰੂ ਸਾਹਿਬ ਜੀ ਦੀ ਰਾਖ ਸੀ, ਉਹ ਰਾਤ ਦੀ ਅਸੀਂ ਸੰਭਾਲ ਕੇ ਅਦਬ ਸਤਿਕਾਰ ਨਾਲ ਸੰਗਤੀ ਰੂਪ ਵਿੱਚ ਗੁਰਦੁਆਰਾ ਬੁਰ ਸਾਹਿਬ ਵਿਖੇ ਲੈ ਗਏ ਸਾਂ। ਹੁਣ ਇਹਨਾਂ ਸਾਰੇ ਸੰਗਾਂ ਨੂੰ ਨਾਲ ਗੋਇੰਦਵਾਲ ਸਾਹਿਬ ਭੇਜਣ ਲੱਗੇ ਆ। ਉੱਥੇ ਜਿਵੇਂ ਮਰਜ਼ਾਦਾ ਨੂੰ ਉਹ ਸਮਝਦੇ ਹੋਣਗੇ, ਪ੍ਰਬੰਧਕ ਬੈਠੇ ਹੋਏ ਨੇ, ਉੱਥੇ ਉਹ ਕਰਦੇ। ਇਸ ਨੂੰ ਕੋਈ ਸ਼ਰਾਰਤ ਨਹੀਂ ਅੰਸਤ ਨਹੀਂ ਮੰਨਦੇ ਤੁਸੀਂ? ਸ਼ਰਾਰਤ ਵਾਲੀ ਮੈਨੂੰ ਨਹੀਂ ਕੋਈ ਗੱਲ ਜਾਪੀ, ਕਿਉਂਕਿ ਸਾਰੀ ਸੰਗਤ ਕੋਲੋਂ ਆਣ ਕੇ ਮੈਂ ਪੁੱਛਿਆ ਰਾਤੀ ਕੱਲੇ ਨੂੰ, ਕਿਉਂਕਿ ਜੋ ਕਿਸੇ ਇੱਕ ਅੱਧੇ ਦੇ ਕਹਿਣ ਤੇ ਮੈਂ ਯਕੀਨ ਨਹੀਂ ਕੀਤਾ। ਸਾਰਿਆਂ ਨੂੰ ਪੁੱਛਿਆ, ਸਾਰਿਆਂ ਇਹੋ ਹੀ ਆਖਿਆ ਵੀ ਸਵੇਰ ਦਾ ਜਿੰਦਾ ਵੱਜਾ, ਸ਼ਾਮੀ ਅਸੀਂ ਖੋਲ੍ਹਦੇ ਹਾਂ। ਕੋਈ ਕਿਸੇ ਨੇ ਕੋਈ ਮੱਥਾ ਦੇਣੇ ਟੇਕਣਾ ਹੋਵੇ ਤੇ ਕੋਈ ਆਣ ਕੇ ਚਾਬੀ ਲਿਆ ਕੇ ਖੋਲ੍ਹ ਕੇ ਉਸੇ ਵੇਲੇ ਜਿੰਦਾ ਮਾਰ ਦਿੰਦੇ। ਜਿੰਦਾ ਮਾਰ ਕੇ ਗਏ ਸੀ ਤੇ ਵੱਜੇ ਜਿੰਦੇ ਨੂੰ ਖੋਲ੍ਹਿਆ ਤੇ ਅੰਦਰ ਵੇਖਿਆ ਤੇ ਸਭ ਕੁਝ ਅਗਨ ਭੇਟ ਹੋ ਗਿਆ ਸੀ। ਸ਼ਰਾਰਤ ਵਾਲੀ ਗੱਲ ਮੈਨੂੰ ਨਹੀਂ ਕੋਈ ਜਾਪੀ। ਠੀਕ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵੱਲੋਂ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਤੇ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਚੰਨੀ ਨੇ ਕਿਹਾ ਕਿ ਈਡੀ ਵੱਲੋਂ ਫੜੇ ਪੈਸਿਆਂ ਦੇ ਨਾਲ ਕੇਜਰੀਵਾਲ ਵੱਲੋਂ ਮੇਰੀ ਫੋਟੋ ਸੋਸ਼ਲ, ਜਿਸ ਦੇ ਲਈ ਮੈਂ ਕੇਜਰੀਵਾਲ ਦੇ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕਰਨ ਦੇ ਲਈ ਪਾਰਟੀ ਕੋਲੋਂ ਇਜਾਜ਼ਤ ਮੰਗੀ ਹੈ। ਮਜੀਠੀਆ ਨੇ ਇਹਨੂੰ ਨੋਟਿਸ ਦਿੱਤਾ, ਅੰਮ੍ਰਿਤਸਰ ਕੋਰਟ ਵਿੱਚ ਬੁਲਾਇਆ, ਐਫੀਡੇਵਿਟ ਹੈ ਮੇਰੇ ਕੋਲ ਜਿਹੜੇ ਇਹਨਾਂ ਨੇ ਸਾਰਿਆਂ ਨੂੰ ਦਿੱਤੇ ਹੈ। ਫਿਰ ਬਾਅਦ ਦੇ ਵਿੱਚ ਐਫੀਡੇਵਿਟ ਦੇ ਕੇ ਮਾਫੀ ਮੰਗਦਾ ਹੈ। ਮੈਂ ਨਹੀਂ ਚਾਹੁੰਦਾ ਕਿ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਬੰਦਾ ਜਿਹੜਾ ਕੰਮ ਕਰ ਰਿਹਾ ਉਹ ਕੱਲ੍ਹ ਨੂੰ ਮੇਤੇ ਆਪੇ ਆ ਕੇ ਮਾਫੀ ਮੰਗੇ, ਲੇਕਿਨ ਇਹ ਹਰ ਹੱਦਾਂ ਨੂੰ ਪਾਰ ਕਰ ਰਿਹਾ। ਪਹਿਲਾਂ ਮੈਂ ਇਹਨਾਂ ਨੂੰ ਇੰਨਾ ਕਿਹਾ ਕਿ ਜਿਹੜੇ ਬਾਹਰੋਂ ਬੰਦੇ ਆਉਂਦੇ ਕਾਲੇ ਅੰਗਰੇਜ਼ ਹੈ। ਇਹ ਕਹਿੰਦਾ ਕਿ ਇਹ ਮੈਨੂੰ ਕਾਲਾ ਕਹਿੰਦਾ, ਇਹਨੇ ਕਿਹਾ ਮੇਰੇ ਨਾਲ ਰਿਸ਼ਤਾ ਕਰਾਉਣਾ ਕਰਦਾ, ਸਾਡੀ ਧੀਆਂ ਭੈਣਾਂ ਨੂੰ ਪੈ ਗਿਆ। ਦੇਖੋ ਕਿੱਡੀ ਬੜੀ ਗੱਲ ਹੈ ਮੈਨੂੰ ਇਹ ਕਹਿਣਾ ਕਿ ਕਿਆ ਮੈਨੂੰ ਰਿਸ਼ਤਾ ਕਰਨਾ ਹੈ, ਤੂੰ ਮੈਨੂੰ ਕਾਲਾ ਅੰਗਰੇਜ਼ ਕਹਿੰਦਾ। ਕਿਸ ਤਰ੍ਹਾਂ ਮਾਫ ਕਰੀਏ, ਕਿੰਨਾ ਸੁਣੀ ਜਾਈਏ ਇਸ ਬੰਦੇ ਦੀ। ਮੈਂ ਫੇਰ ਕਹਿਣਾ ਯਾਰ ਤੂੰ ਸਤਿਕਾਰਯੋਗ ਹੈ, ਨਾ ਇਸ ਤਰ੍ਹਾਂ ਦੀਆਂ ਹਰਕਤਾਂ ਕਰ। ਹੁਣ ਕਿਆ ਹੈ, ਪੈਸੇ ਕਿਸੇ ਤੋਂ ਮਿਲੇ, ਰੇਡਾਂ ਕਿਸੇ ਦੇ ਹੋਈਆਂ, ਮੇਰੀ ਫੋਟੋ ਦੇ ਨਾਲ ਚੱਕ ਕੇ ਪੈਸਿਆਂ ਦੀ ਫੋਟੋ ਪਾ ਕੇ ਮੈਨੂੰ ਬੇਈਮਾਨ ਦੱਸ ਰਿਹਾ। ਇਹਦਾ ਭਤੀਜਾ 130 ਕਰੋੜ 'ਚ ਫੜ ਹੋਇਆ ਸੀ, ਇਹਨੇ ਆਪਣੇ ਨਾਲ ਉਹਦੀ ਫੋਟੋ ਪਾ ਕੇ ਆਪਣੇ ਆਪ ਨੂੰ ਬੇਈਮਾਨ ਦੱਸਿਆ। ਮੈਂ ਦੀ ਗਲਤੀ ਹੋ ਸਕਦੀ ਕਿ ਮੈਂ ਆਪਣੇ ਰਿਸ਼ਤੇਦਾਰਾਂ ਤੇ ਨਜ਼ਰ ਨਹੀਂ ਰੱਖ ਸਕਿਆ, ਲੇਕਿਨ ਮੇਰੇ ਨਾਲ ਕਿਆ ਹੈ, ਮੇਰੇ ਨਾਲ ਕਿਉਂ ਜੋੜ ਰਿਹਾ ਬਿਨਾਂ ਮਤਲਬ ਤੇ ਹਰ ਜਗ੍ਹਾ ਔਰ ਸੋਸ਼ਲ ਮੀਡੀਆ ਤੇ ਪੈਸਿਆਂ ਦੀ ਫੋਟੋ ਦੇ ਨਾਲ ਮੇਰੀ ਫੋਟੋ ਕਿਉਂ ਬਈ। ਰੂਪਨਗਰ ਦੇ ਵਿੱਚ ਪਹੁੰਚੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮਹਿਲਾਵਾਂ ਦੇ ਵੱਲੋਂ ਆਈਆਂ ਸ਼ਿਕਾਇਤਾਂ ਦੀ ਸੁਣਵਾਈ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਤੀ ਪਤਨੀ ਦੇ ਝਗੜਿਆਂ ਦੇ ਜ਼ਿਆਦਾਤਰ ਕਾਰਨ ਮਾਪਿਆਂ ਦੀ ਬੇਲੋੜੀ ਦਖਲਅੰਦਾਜ਼ੀ ਹੈ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜੇ ਉਹ ਆਪਣੇ ਬੱਚਿਆਂ ਦੇ ਘਰ ਵਸਾਉਣਾ ਚਾਹੁੰਦੇ ਹਨ ਤਾਂ ਮਾਪਿਆਂ ਨੂੰ ਸਹਿਯੋਗ ਦੇਣਾ ਪਵੇਗਾ ਤੇ ਬੇਲੋੜੀ ਦਖਲਅੰਦਾਜ਼ੀ ਬੰਦ ਕਰਨੀ ਪਵੇਗੀ। ਦੇਖੋ ਵੱਧ ਰਹੀ ਹੈ, ਤੁਹਾਨੂੰ ਵੀ ਪਤਾ ਹੀ ਹੈ, ਮੈਂ ਪਿਛਲੇ ਦਿਨਾਂ ਦੱਸਿਆ ਸੀ ਕਮਿਸ਼ਨ ਕੋਲ ਸਟਾਫ ਕਿੰਨਾ, ਸਾਡੇ ਕੋਲ ਅੱਜ ਸਾਡਾ ਅੱਧਾ ਸਟਾਫ ਕੋਵਿਡ ਨਾਲ ਇਫੈਕਟਡ ਘਰ ਪਿਆ ਹੋਇਆ। ਇੱਕ ਕਲਰਕ ਹੈ, 2 ਜਣੇ ਮੇਰੇ ਨਾਲ ਡਿਊਟੀ ਤੇ ਨੇ ਵੂਮਨ ਸੈੱਲ ਦਾ, ਕਿਉਂਕਿ ਇੰਨੀ ਜ਼ਿਆਦਾ ਕੰਪਲੇਂਟਸ ਆ ਰਹੀਆਂ ਨੇ, ਲੋਕਾਂ ਦੀਆਂ ਜਿਹੜੀ ਐਕਸਪੈਕਟੇਸ਼ਨਸ ਨੇ ਸਾਡੇ ਤੋਂ ਇੰਨੀਆਂ ਜ਼ਿਆਦਾ ਵੱਧ ਗਈਆਂ ਨੇ
ਚਲੋ ਆਪਾਂ ਇਸ ਚੀਜ਼ ਨੂੰ ਸਮਝਦੇ ਵੀ ਹਾਂ ਕਿ ਜੇ ਕੋਈ ਅੱਛਾ ਕੰਮ ਕਰ ਰਿਹਾ ਉਮੀਦਾਂ ਵਧਣੀਆਂ ਵੀ ਚਾਹੀਦੀਆਂ ਨੇ, ਪਰ ਸਾਡਾ ਵੀ ਜਿਹੜਾ ਸਿਰਾ ਹੈ ਨਾ ਉਹ ਸਿਰਫ ਤੇ ਸਿਰਫ ਆਫੀਸਰ ਲੋਕ ਨੇ ਜਿੰਨੇ ਇਸ ਟਾਈਮ ਪੰਜਾਬ ਦੇ ਸੀਨੀਅਰ ਆਫੀਸਰ ਨੇ, ਬਹੁਤ ਹੀ ਉਮਦਾ ਸਾਡੇ ਆਫੀਸਰ ਨੇ, ਸਪੋਰਟ ਕਰ ਰਹੇ ਨੇ। ਮੈਕਸਿਮਮ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦੀ ਪ੍ਰੋਬਲਮਸ ਨੂੰ ਰਿਜ਼ੋਲਵ ਕੀਤਾ ਜਾਏ। ਥੋੜਾ ਜਿਹਾ ਟਾਈਮ ਲੱਗਦਾ ਹੈ ਜੋ ਕਿ ਜਿਹੜੀਆਂ ਪਰਿਵਾਰਿਕ ਫੈਮਿਲੀ ਪ੍ਰੋਬਲਮਸ ਨੇ ਨਾ, ਇਹਦੇ ਵਿੱਚ ਗਵਰਨਮੈਂਟ ਦਾ, ਐਡਮਿਨਿਸਟ੍ਰੇਸ਼ਨ ਦਾ, ਕਮਿਸ਼ਨ ਦਾ ਰੋਲ ਘੱਟ ਹੈ। ਜਿਹੜੇ ਫੈਮਿਲੀ ਮੋਰਲਸ ਨੇ, ਸੰਸਕਾਰ ਨੇ, ਪੇਰੈਂਟਸ ਦੀ ਇੰਟਰਫੇਰੈਂਸ ਹੈ। ਪੇਰੈਂਟਸ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸ਼ਾਦੀ ਹੋਣ ਤੋਂ ਬਾਅਦ ਬੱਚਿਆਂ ਨੂੰ ਥੋੜਾ ਜਿਹਾ ਇੰਟਰਫੇਰੈਂਸ ਘੱਟ ਹੋਣੀ ਚਾਹੀਦੀ, ਇਨਫਲੂਐਂਸ ਘੱਟ ਹੋਣਾ ਚਾਹੀਦਾ। ਚੀਜ਼ਾਂ ਉੱਥੋਂ ਖਰਾਬ ਹੋਣੀਆਂ ਸ਼ੁਰੂ ਹੁੰਦੀਆਂ ਨੇ। ਆਉਂਦੇ ਨੇ ਲੋਕੀ ਕੰਪਲੇਂਟ ਲੈ ਕੇ, ਪੁਲਿਸ ਕੋਲ ਵੀ ਜਾਂਦੇ ਨੇ, ਸਾਡੇ ਕੋਲ ਵੀ ਆਉਂਦੇ ਨੇ। ਸਾਡੀ ਵੀ ਪੂਰੀ ਕੋਸ਼ਿਸ਼ ਹੈ ਕਿ ਚੀਜ਼ਾਂ ਠੀਕ ਹੋਣ, ਪਰ ਟਾਈਮ ਲੱਗਦਾ। ਪਰ ਮੈਡਮ ਜੇ ਇਸੇ ਤਰ੍ਹਾਂ ਦੇ ਨਾਲ ਕਮੀਆਂ ਚੱਲਦੀ ਗਈਆਂ ਤਾਂ ਕਿਸ ਤਰੀਕੇ ਦੇ ਨਾਲ ਪੈਂਡੈਂਸੀ ਜਿਹੜੀ ਹੈ ਵਧੀ ਜਾਏਗੀ, ਪਰ ਹੱਲ ਜਿਹੜਾ ਉਹ ਨਹੀਂ ਹੋਏਗਾ। ਇਹ ਕੀ ਕਰੋਗੇ ਇਹਦੇ ਲਈ ਮੈਡਮ? ਕੋਈ ਹੋਰ ਸਬਸਟੀਟਿਊਟ ਕੋ ਹੱਲ ਕੱਢਿਆ? ਹੋਰ ਸਬਸਟੀਟਿਊਟ ਕੀ ਹੈ? ਡਿਸਟ੍ਰਿਕਟ ਲੈਵਲ ਤੇ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਨੇ, ਕੁਝ NGOs ਕੰਮ ਕਰ ਰਹੇ ਨੇ, ਪਰ ਲੋਕਾਂ ਦੀ ਇੱਕ ਸ਼ਿਕਾਇਤ ਇਹ ਹੁੰਦੀ ਹੈ ਕਿ ਕਮਿਸ਼ਨ ਤੋਂ ਹੀ ਕਰਵਾਉਣਾ ਹੈ, ਸਾਡੇ ਤੋਂ ਹੀ ਕਰਵਾਉਣਾ ਹੈ। ਹਰ ਇਨਸਾਨ ਦਾ ਆਪਣਾ ਇੱਕ ਤਰੀਕਾ ਹੈ ਕੰਮ ਕਰਨ ਦਾ, ਪੁਲਿਸ ਡਿਪਾਰਟਮੈਂਟ ਦਾ ਆਪਣਾ ਇੱਕ ਤਰੀਕਾ ਹੈ, ਸਾਡਾ ਆਪਣਾ ਇੱਕ ਤਰੀਕਾ ਹੈ। ਮਿਲ ਜੁਲ ਕੇ ਕੰਮ ਕਰ ਰਹੇ ਆ ਤੇ ਇਸ ਚੀਜ਼ ਨੂੰ ਤਾਂ ਨਾ ਘੱਟ ਕੀਤਾ ਜਾ ਸਕਦਾ, ਨਾ ਰੋਕਿਆ ਜਾ ਸਕਦਾ। ਮੇਰਾ ਇਹ ਮੰਨਣਾ ਹੈ ਜਿੱਦਾਂ ਜਿੱਦਾਂ ਸਾਡੀ ਪ੍ਰੋਬਲਮਸ ਰਿਸ਼ਤੇ ਸ਼ੁਰੂ ਹੁੰਦੇ ਨੇ, ਪ੍ਰੋਬਲਮਸ ਹਰ ਘਰ ਵਿੱਚ ਹੀ ਹੁੰਦੀਆਂ ਨੇ, ਤੇ ਠੀਕ ਹੈ ਸਾਡੀ ਵੀ ਕੋਸ਼ਿਸ਼ ਜਾਰੀ ਹੈ, ਐਡਮਿਨਿਸਟ੍ਰੇਸ਼ਨ ਦੀ ਵੀ ਕੋਸ਼ਿਸ਼ ਜਾਰੀ ਹੈ। ਪਰ ਇੱਕ ਤਰਫ ਜਦੋਂ ਮੈਨੂੰ ਇਹ ਲੱਗਦਾ ਕਿ ਤੁਹਾਡੀ ਜਦੋਂ ਜ਼ਿਲ੍ਹੇ 'ਚ ਪੋਲੀਟੀਕਲ ਨੁਮਾਇੰਦੇ ਹੁੰਦੇ ਨੇ, ਉਹਨਾਂ ਨੂੰ ਵੀ ਕਿਸੇ ਇੱਕ ਹੱਦ ਤੱਕ ਕੋਸ਼ਿਸ਼ ਕਰਨਾ ਚਾਹੀਦੀ ਹੈ। ਲੋਕੀ ਚੁਣਦੇ ਨੇ ਉਹਨਾਂ ਨੂੰ, ਉਹਨਾਂ ਦਾ ਵੀ ਰਿਸਪੌਂਸਿਬਿਲਿਟੀ ਹੈ ਕਿ ਜਦੋਂ ਤੁਹਾਡੇ ਹਲਕੇ 'ਚ ਪ੍ਰੋਬਲਮਸ ਹੁੰਦੀਆਂ ਨੇ, ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੀ ਹੈਲਪ ਕਰਨ। ਪਤਾ ਨਹੀਂ ਕਿਉਂ ਨਹੀਂ ਸਪੋਰਟ ਮਿਲ ਪਾਉਂਦਾ ਜਾਂ ਕਿਉਂ ਨਹੀਂ ਕੋਈ ਕਰਨਾ ਚਾਹੁੰਦਾ ਹੈ, ਮੇਰੀ ਸਮਝ ਤੋਂ ਪਰੇ ਹੈ। ਪਰ ਜਿੰਨਾ ਮੈਂ ਬਣ ਸਕਦਾ, ਮੇਰੇ ਸਾਰੇ ਪੰਜਾਬ ਦੇ ਜਿੰਨੇ ਸੀਨੀਅਰ IPS ਆਫੀਸਰ ਨੇ, SSP ਸਾਹਿਬ, CP ਸਾਹਿਬ, SP ਸਾਡੇ ਨਾਲ ਵੀ ਉਹਨੇ ਇੱਕ ਇੱਥੇ ਬੜੇ ਉਮਦਾ SP ਸਾਹਿਬ ਮੇਰੇ ਨਾਲ ਨੇ, ਬੜੇ ਹੀ ਪੋਲਾਈਟ ਹੰਬਲ ਨੇ। ਇੱਥੇ ਦੇ SSP ਸਾਹਿਬ ਨਾਲ ਵੀ ਹੁਣ ਪਹਿਲੇ ਮੀਟਿੰਗ ਕਰਕੇ ਆਈਆਂ, ਬੜੇ ਉਮਦਾ ਆਫੀਸਰ ਨੇ ਤੇ ਕਰ ਰਹੇ ਆ। ਉਮੀਦ ਹੈ ਆਉਣ ਵਾਲੇ ਟਾਈਮ ਵਿੱਚ ਚੀਜ਼ਾਂ ਠੀਕ ਹੋਣਗੀਆਂ। ਮੈਡਮ ਚੰਨੀ ਸਾਹਿਬ ਵਾਲੇ ਕੇਸ ਦਾ ਕੁਝ ਬਣਿਆ? ਦੇਖੋ ਇਹ ਮੇਰੀ ਤੁਸੀਂ ਵੂਮਨ ਦੀ ਤੇ ਲਾਅ ਦੀ ਗੱਲ ਕਰੋ। ਥੈਂਕ ਯੂ। ਐਂਟੀ ਡਰੱਗਸ ਵੋਲੰਟੀਅਰ ਆਰਗੇਨਾਈਜੇਸ਼ਨ ਪੰਜਾਬ ਦੀ ਪ੍ਰੇਰਣਾ ਸਦਕਾ ਉਤਰੇ ਰਾਜਨੀਤੀ 'ਚ ਤਾਈਕਵਾਂਡੋ ਬੋਰਡ ਆਫ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਸੰਦੀਪ ਸੂਰੀਆ ਖੇਡਾਂ ਨੂੰ ਪ੍ਰਮੋਟ ਕਰਦੇ ਹੁਣ ਰਾਜਨੀਤੀ ਵੱਲ ਕਦਮ ਵਧਾਉਣ ਜਾ ਰਹੇ ਹਨ। ਐਂਟੀ ਡਰੱਗਸ ਵੋਲੰਟੀਅਰ ਆਰਗੇਨਾਈਜੇਸ਼ਨ ਪੰਜਾਬ ਦੀ ਪ੍ਰੇਰਣਾ ਸਦਕਾ ਸ਼੍ਰੀ ਮੁਕਤਸਰ ਸਾਹਿਬ ਹਲਕੇ ਤੋਂ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨ ਜਾ ਰਹੇ ਹਨ। ਦੱਸ ਦਈਏ ਕਿ ਸੂਰੀਆ ਐਂਟੀ ਡਰੱਗਸ ਆਰਗੇਨਾਈਜੇਸ਼ਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ। ਬਠਿੰਡਾ ਰੋਡ ਸਥਿਤ ਆਪਣੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਸੰਦੀਪ ਸੂਰੀਆ ਨੇ ਦੱਸਿਆ ਕਿ ਉਹ ਨਸ਼ੇ ਸਮੇਤ ਹੋਰ ਮੁੱਖ ਮੁੱਦਿਆਂ ਦੇ ਹੱਲ ਲਈ ਰਾਜਨੀਤੀ ਵਿੱਚ ਉਤਰਨ ਜਾ ਰਹੇ ਹਨ। ਦੇਖੋ, ਮੈਂ ਸਰਕਾਰਾਂ ਨੂੰ ਇਹ ਸੁਝਾਅ ਦੇਣਾ ਚਾਹੁੰਦਾ ਵੀ ਜਿੰਨੇ ਵੀ ਪੰਚ ਸਰਪੰਚ ਨੇ ਤੇ ਉਹਨਾਂ ਦੀ ਜਿਹੜੀ ਹੈ ਜ਼ਿੰਮੇਵਾਰੀ ਲਾਈ ਜਾਵੇ। ਹੁਣ 2020 ਦੀ ਇਲੈਕਸ਼ਨ ਨੇ ਤੇ ਮੈਂ ਲੋਕਾਂ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਵੀ ਇਮਾਨਦਾਰ ਕੋਈ ਵੀ ਉਮੀਦਵਾਰ ਕਿਸੇ ਵੀ ਪਾਰਟੀ ਦਾ ਖੜਾ ਹੁੰਦਾ ਹੈ, ਉਸ ਨੂੰ ਜਿਹੜਾ ਤੁਸੀਂ ਵੋਟ ਕਰੋ। ਮੈਂ ਮੁਕਤਸਰ ਸਾਹਿਬ ਆਇਆ ਇੱਥੇ ਕਿਉਂਕਿ ਇਹ ਸਾਡੇ ਨਾਲ ਪੁਰਾਣੇ ਜੁੜੇ ਨੇ ਤੇ ਇਹ ਜਿਹੜੀ ਹੈਗੀ ਹੈ ਆਪਣੀ ਨਸ਼ਾ ਦੀ ਬਗੈਰ ਰਾਜਨੀਤਿਕ ਸਪੋਰਟ ਤੋਂ ਖਤਮ ਨਹੀਂ ਹੋ ਸਕਦੀ। ਤੇ ਸੰਦੀਪ ਸੂਰੀਆ ਜੀ ਨੇ ਇੱਛਾ ਜ਼ਾਹਿਰ ਕਰੀ ਸੀਗੀ ਤੇ ਅਸੀਂ ਇਹਨਾਂ ਨੂੰ ਜਿਹੜਾ ਹੈਗਾ ਸਪੋਰਟ ਦੇਣਾ ਹੈ। ਸਰ ਜੀ, ਜਿਹੜਾ ਨਸ਼ਾ ਕਰਾਉਂਦੇ ਹੀ ਰਾਜਨੀਤੀ ਬੰਦੇ ਨੇ। ਇਲੈਕਸ਼ਨਾਂ 'ਚ ਸਭ ਤੋਂ ਜ਼ਿਆਦਾ ਨਸ਼ਾ ਚੱਲਦਾ ਹੈ। ਕੀ ਦੋਨੇ ਸਰਕਾਰਾਂ ਨੂੰ ਦੋਸ਼ੀ ਮੰਨਦੇ ਹੋ? ਹਾਂਜੀ, ਅਕਾਲੀ ਕਾਂਗਰਸ ਨੂੰ ਦੋਸ਼ੀ ਮੰਨਦੇ? ਮੈਂ ਦੋਨਾਂ ਦੇ ਟਾਈਮ 'ਚ ਕਰਿਆ ਜੀ। ਮੈਂ ਸਰਕਾਰ ਨੂੰ ਕਿਹਾ, ਮੈਂ ਕਿਸੇ ਪੋਲੀਟੀਕਲ ਪਾਰਟੀ ਨੂੰ ਨਹੀਂ ਕਿਹਾ। ਜਿਹੜੇ ਵੀ ਸਰਕਾਰ 'ਚ ਰਹੇ ਨੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੇ ਨਸ਼ਾ ਨਾ ਖਤਮ ਹੋਵੇ ਤੁਸੀਂ ਮੈਨੂੰ ਦੱਸ ਦੇਣਾ, ਮੈਂ ਆਪਣੀ ਗਰਦਨ ਵੜਵਾ ਦਾਂ। ਸਰਕਾਰ ਤਾਂ ਅਕਾਲੀ ਦਲ ਤੇ ਕਾਂਗਰਸ ਦੀ ਰਹੀ ਹੈ ਪੰਜਾਬ। ਹਾਂ, ਫਿਰ ਜਿਹਦੀ ਵੀ ਰਹੀ ਹੈ ਮੈਂ ਸਾਰਿਆਂ ਨੂੰ ਇਨਫੋਰਮ ਕਰਿਆ। 1998 'ਚ ਜਿਹੜੇ ਸੀਗੇ ਬਾਦਲ ਸਾਹਿਬ ਨੂੰ ਕਰਿਆ, ਮੁੱਖ ਮੰਤਰੀ ਸਾਹਿਬ ਨੂੰ ਕਰਿਆ। ਇਹਨਾਂ ਨੇ 2 ਦਿਨ ਬਾਅਦ ਬਿਆਨ ਦੇਤਾ ਵੀ ਜਿਹੜਾ ਅਸੀਂ ਜੀ ਪੁਲਿਸ ਨੇ ਐਨੇ ਫੜ ਲਏ ਐਨੇ। ਮੈਂ ਕਿਹਾ ਪੁਲਿਸ ਤਾਂ ਫੜ ਲੈਂਦੀ ਹੈ, ਪੁਲਿਸ ਤਾਂ ਫੜ ਹੀ ਰਹੀ ਹੈ। ਤੁਸੀਂ SHO ਦੀ ਬਦਲੀ ਕਰ ਦੋਗੇ, ਉਹ ਵਿਚਾਰਾ ਦੁਬਾਰਾ ਫੜੂਗਾ ਨਸ਼ਾ? ਉਹਨੂੰ ਵੀ ਤਾਂ ਸਪੋਰਟ ਚਾਹੀਦੀ ਹੈ। ਹੁਣ ਇੱਕ ਪੋਲੀਟੀਕਲ ਬੰਦਾ ਹੈ ਜਿਹੜਾ 5-10 ਕਰੋੜ ਰੁਪਏ ਲਗਾਊਗਾ, ਉਹ ਕਿੱਥੋਂ ਲਿਆਊਗਾ ਪੈਸੇ? ਠੀਕ ਹੈ ਨਾ? ਉਹ ਫਿਰ ਨਸ਼ਾ ਹੀ ਬਕਵਾਊਗਾ ਜਿਹੜਾ ਹੁਣ 10 ਕਰੋੜ ਰੁਪਏ ਲਗਾਊਗਾ। ਤੇ ਜੇ 10 ਕਰੋੜ ਰੁਪਏ ਲਾਊਗਾ ਫਿਰ ਪੰਜਾਬ ਦਾ ਭਲਾ ਕਿੱਥੋਂ ਹੋ ਜਾਊਗਾ? ਉਹਨੂੰ ਫਿਰ ਦੇਸ਼ ਭਗਤੀ ਨਾਲ ਕੋਈ ਮਤਲਬ ਨਹੀਂ ਹੈ। ਉਹ ਫਿਰ ਟਿਕਟਾਂ 'ਚ ਲਊਗਾ, ਅਪਾਇੰਟਮੈਂਟਾਂ 'ਚ ਲਊਗਾ। ਅੱਜ ਪੰਜਾਬ ਦਾ ਇੰਨਾ ਮਾੜਾ ਹਾਲ ਕਿਉਂ ਹੈ? ਇਹ ਰਾਜਨੀਤੀ ਕਾਰਨ ਕਰਕੇ। ਰਾਜਨੀਤਿਕ ਇੱਕ ਐਸੀ ਜੜ ਹੈ, ਤੁਸੀਂ ਰਾਜਨੀਤਿਕ ਬੰਦਿਆਂ ਨੂੰ ਜਿਹੜੀ ਰਾਜਨੀਤੀ ਠੀਕ ਕਰ ਲਓ, 100% ਇਮਾਨਦਾਰ ਬੰਦੇ ਨੂੰ ਵੋਟ ਪਾਓ, ਆਪਣੇ ਆਪ ਠੀਕ ਹੋ ਜਾਊਗਾ। ਪੰਜਾਬ ਸਾਹਿਤ ਅਕਾਦਮੀ ਵੱਲੋਂ ਆਪਣੇ ਸਾਹਿਤਿਕ ਕਾਰਜਾਂ ਨੂੰ ਪੰਜਾਬ ਭਰ ਵਿੱਚ ਲੈ ਕੇ ਜਾਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸਾਹਿਤ ਨਾਲ ਜੋੜਨ ਦੇ ਮੰਤਵ ਨਾਲ ਵੱਖ-ਵੱਖ ਇਲਾਕਿਆਂ ਤੇ ਉੱਗੇ ਸਾਹਿਤਕਾਰਾਂ ਨੂੰ ਐਸੋਸੀਏਟ ਮੈਂਬਰ ਵਜੋਂ ਲਿਆ ਗਿਆ ਹੈ। ਸਥਾਨਕ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਖਰੜ ਇਲਾਕੇ ਤੋਂ ਪੰਜਾਬੀ ਕਵੀ ਤੇ ਸਮਾਜ ਸੇਵੀ ਸ਼ਖਸੀਅਤ ਸੁਰਜੀਤ ਸੁਮਨ ਹੋਰਾਂ ਨੂੰ ਅਕਾਦਮੀ ਪ੍ਰਧਾਨ
ਡਾਕਟਰ ਸਰਬਜੀਤ ਕੌਰ ਸੋਹਲ ਅਤੇ ਉਪ ਪ੍ਰਧਾਨ ਦੇਸਰਾਜ ਕਾਲੀ ਹੋਰਾਂ ਆਪਣੇ ਹੱਥੀ ਮੈਂਬਰ ਬਣਾਏ ਜਾਣ ਦਾ ਪੱਤਰ ਉਹਨਾਂ ਨੂੰ ਦਿੱਤਾ ਗਿਆ। ਡਾਕਟਰ ਸਰਬਜੀਤ ਨੇ ਪ੍ਰੈਸ ਨੂੰ ਦੱਸਿਆ ਕਿ ਸੁਰਜੀਤ ਸੁਮਨ ਹੋਰਾਂ ਦੇ ਹੁਣ ਤੱਕ ਦੇ ਕਾਵਿ ਸੰਗ੍ਰਹਿ ਛਪ ਚੁੱਕੇ ਹਨ। ਉਹ ਮੁੱਢਲੇ ਤੌਰ ਤੇ ਗੀਤਕਾਰ ਵੀ ਹਨ, ਪਰੰਤੂ ਉਹਨਾਂ ਨੇ ਪਿਛਲੇ ਸਮੇਂ ਵਿੱਚ ਨਜ਼ਮ ਦੇ ਖੇਤਰ ਵਿੱਚ ਵੀ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਸੁਮਨ ਨੇ ਲੇਖਕਾਂ ਦਾ ਹਫਤਾ ਪ੍ਰੋਗਰਾਮ ਵਾਸਤੇ ਖਰੜ ਦੇ ਇਲਾਕੇ ਵਿੱਚ ਅਕਾਦਮੀ ਦੇ ਕਨਵੀਨਰ ਦੇ ਤੌਰ ਤੇ ਬਹੁਤ ਮਿਹਨਤ ਕੀਤੀ ਹੈ। ਜਾਂਦੇ ਜਾਂਦੇ ਚੋਣਵੀਆਂ ਖਬਰਾਂ ਇੱਕ ਵਾਰ ਫੇਰ ਤੋਂ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਕੇਜਰੀਵਾਲ ਖਿਲਾਫ ਕਰਨਗੇ ਮਾਣਹਾਨੀ ਦਾ ਮੁਕੱਦਮਾ। ਸੁਲਤਾਨਪੁਰ ਲੋਧੀ ਚ ਨਵਤੇਜ ਚੀਮਾ ਦੇ ਵਿਰੋਧ ਵਿੱਚ ਰਾਣਾ ਗੁਰਜੀਤ ਨੇ ਖੋਲਿਆ ਮੋਰਚਾ। ਵੱਲੋਂ ਛਾਪੇਮਾਰੀ ਇੱਕ ਸਹੀ ਕਦਮ ਕਿਹਾ ਅਕਾਲੀ ਉਮੀਦਵਾਰ ਰਵੀ ਕਿਰਨ ਸਿੰਘ ਕਾਲੋ ਨੇ। ਪੰਜਾਬ ਦੇ ਲੋਕੀ ਸੁਖਬੀਰ ਬਾਦਲ ਨੂੰ ਹੁਣ ਪਸੰਦ ਨਹੀਂ ਕਰਦੇ ਕਿਹਾ ਰਾਜਾ ਵੜਿੰਗ ਨੇ। ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਖੋਲਿਆ ਮੋਰਚਾ ਅਤੇ ਦਿੱਲੀ 'ਚ ਵੀਕਐਂਡ ਕਰਫਿਊ ਹਟਾਇਆ ਕੇਜਰੀਵਾਲ ਸਰਕਾਰ ਨੇ। ਦੋਸਤੋ, ਇਹ ਸਨ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।